ਇੰਪੋਰਟ ਐਕਸਪੋਰਟ ਬਿਜ਼ਨਸ ਦੀ ਡੈਫੀਨੇਸ਼ਨ ਕੀ ਹੈ, ਇਹਦੀ ਪਰਿਭਾਸ਼ਾ ਕੀ ਹੈ? ਤੁਹਾਨੂੰ ਇੱਕ ਤਰੀਕੇ ਦੀ ਡੈਕਲੇਰੇਸ਼ਨ ਦੇਣੀ ਪੈਂਦੀ ਹੈ ਕਿ ਤੁਸੀਂ ਕੀ ਐਕਸਪੋਰਟ ਕਰ ਰਹੇ ਹੋ, ਉਹਦੇ ਅਲੱਗ ਲਾਇਸੈਂਸ ਹੁੰਦੇ ਆ। ਤੇ ਮੈਂ ਤੁਹਾਨੂੰ ਇੱਕ ਗੱਲ ਜਿਹੜੀ ਉਹ ਕਲੈਰੀਫਾਈ ਕਰ ਦਵਾਂ ਕਿ ਕੈਨੇਡਾ ਦੇ ਵਿੱਚ, US ਦੇ ਵਿੱਚ, ਹੋਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਇੰਪੋਰਟ ਐਕਸਪੋਰਟ ਲਾਇਸੈਂਸ ਜਾਂ ਐਕਸਪੋਰਟ ਇੰਪੋਰਟ ਲਾਇਸੈਂਸ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ। ਤੁਸੀਂ ਹੁਣੇ ਦੱਸਿਆ ਕਿ ਕੁਝ ਪ੍ਰੋਡਕਟਸ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਨਾ ਬਾਹਰ ਭੇਜ ਸਕਦੇ ਹਾਂ, ਲਿਆ ਸਕਦੇ ਹਾਂ। ਸੋ ਇਹ ਜਾਣਕਾਰੀ ਕਿਵੇਂ ਮਿਲਦੀ ਹੈ? ਬੇਬੀ ਵਾਕਰਸ ਹੁੰਦੇ ਨਾ, ਆਪਾਂ ਇੰਡੀਆ ਦੇ ਵਿੱਚ ਜਿਹੜੇ ਵੀ ਵੱਡੇ ਹੁੰਦੇ ਆਪਾਂ ਉਹ ਵਾਕਰਸ ਦੇ ਵਿੱਚ ਆਪਾਂ ਤੁਰਨਾ ਸਿੱਖਦੇ ਹਾਂ। ਕੈਨੇਡਾ ਦੇ ਵਿੱਚ ਉਹ ਪ੍ਰੋਡਕਟ ਬੈਂਡ ਹੈ, ਉਹਨੂੰ ਤੁਸੀਂ ਇੰਪੋਰਟ ਨਹੀਂ ਕਰ ਸਕਦੇ। US ਤੋਂ ਕੁਝ ਇੰਪੋਰਟ ਕਰਨਾ ਕੈਨੇਡਾ ਦੇ ਵਿੱਚ ਤੇ ਇੰਡੀਆ ਤੋਂ ਕੁਝ ਇੰਪੋਰਟ ਕਰਨਾ ਕੈਨੇਡਾ ਦੇ ਵਿੱਚ, ਆਪਾਂ ਸ਼ਾਇਦ ਸਮਝਦੇ ਕਿ ਇਹਨਾਂ ਦੋਵਾਂ ਦਾ ਪ੍ਰੋਸੈਸ ਜਿਹੜਾ ਉਹ ਸੇਮ ਹੀ ਹੋਏਗਾ। ਇਦਾਂ ਨਹੀਂ ਹੋਗਾ। ਕਿ ਜਦੋਂ ਇਸ ਖੇਤਰ ਦੇ ਵਿੱਚ ਆਉਣਾ ਆ ਤਾਂ ਕੀ ਉਦੋਂ ਕਿਸ ਤਰ੍ਹਾਂ ਦਾ ਪਿਛੋਕੜ ਹੋਣਾ ਚਾਹੀਦਾ? ਕੀ ਇਹ ਮੈਟਰ ਕਰਦਾ ਕਿ ਉਹਨੇ ਕਿਹੜੀ ਪੜ੍ਹਾਈ ਕੀਤੀ ਆ, ਪਹਿਲਾਂ ਕਿਸ ਕੰਮ ਦਾ ਤਜਰਬਾ ਆ ਜਾਂ ਪਹਿਲਾਂ ਇਸ ਕੰਮ ਦਾ ਤਜਰਬਾ ਨਹੀਂ? ਓਨੈਸਟਲੀ ਮੈਨੂੰ ਜਿਹੜਾ ਹੁੰਦਾ ਨਾ ਈਜ਼ੀ, ਉਹ ਹੁੰਦਾ ਕਿ ਨਿਊ ਕਮਰ ਹੈ ਨਾ ਜਿਹੜਾ, ਉਹਨੂੰ ਸਿਖਾਉਣਾ ਥੋੜਾ ਈਜ਼ੀ ਹੁੰਦਾ ਕਿਉਂਕਿ ਉਹਦਾ ਕੱਪ ਜਿਹੜਾ ਆਲਰੇਡੀ ਐਮਟੀ ਹੁੰਦਾ। ਉਹ ਚਾਹੁੰਦੇ ਆ ਕਿ ਪਹਿਲਾਂ ਇੱਕ ਵੱਡੀ ਸ਼ਾਇਦ ਇਨਵੈਸਟਮੈਂਟ ਹੋਊਗੀ, ਫੇਰ ਹੀ ਅਸੀਂ ਕੋਈ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਹਾਂ। ਸੋ ਆਪਣੇ ਐਕਸਪੀਰੀਅੰਸ ਨਾਲ ਤੁਸੀਂ ਵੀ ਦੱਸੋ ਇੱਥੇ ਕਿ ਇੱਥੇ ਕਿਸ ਤਰੀਕੇ ਨਾਲ ਜਿਹੜਾ ਵਾ ਇਹ ਕਿੰਨੀ ਕੁ ਇਨਵੈਸਟਮੈਂਟ ਇਸ ਪਾਸੇ ਚਾਹੀਦੀ ਹੈ ਜਾਂ ਕਿਸ ਤਰੀਕੇ ਨਾਲ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ? ਹੁਣ ਆਪਾਂ ਤਿੰਨ ਚੀਜ਼ਾਂ ਨੂੰ ਗੱਲ ਆਪਾਂ ਡਿਸਕਸ ਕਰ ਲਾ। ਇੱਕ ਤਾਂ ਐਕਸਪੋਰਟ ਇੰਪੋਰਟ ਦਾ ਮੈਂ ਤੁਹਾਨੂੰ ਡਿਫਰੈਂਸ ਦੱਸਦਾ, ਇੱਕ ਆਪਾਂ ਟ੍ਰੇਡਿੰਗ ਤੇ ਬ੍ਰੋਕਰਿੰਗ ਦਾ ਦੱਸਦਾ। ਸੋ $0 ਇਨਵੈਸਟਮੈਂਟ ਤੋਂ ਲੈ ਕੇ ਕਾਫੀ ਜ਼ਿਆਦਾ ਇਨਵੈਸਟਮੈਂਟ ਇਹਦੇ ਵਾਸਤੇ ਚਾਹੀਦੀ ਹੋ ਸਕਦੀ ਹੈ। ਪੰਜਾਬ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਮਨਦੀਪ ਸਿੰਘ ਤੇ ਲੈ ਕੇ ਹਾਜ਼ਰ ਹਾਂ ਇੱਕ ਖਾਸ ਪੇਸ਼ਕਸ਼, ਕਿਉਂਕਿ ਕੈਨੇਡਾ ਦੇ ਵਿੱਚ ਆਉਣ ਵਾਲੇ ਲੋਕਾਂ ਦਾ, ਕੈਨੇਡਾ ਵਿੱਚ ਰਹਿਣ ਵਾਲੇ ਲੋਕਾਂ ਦਾ ਆਪਣਾ ਕਾਰੋਬਾਰ ਸ਼ੁਰੂ ਕਰਨਾ ਇੱਕ ਵੱਡਾ ਸੁਪਨਾ ਹੁੰਦਾ ਹੈ ਤੇ ਇਹ ਇੱਕ ਵੱਡਾ ਚੈਲੰਜ ਵੀ ਹੁੰਦਾ ਆ ਕਿ ਕਿਹੜੇ ਖੇਤਰ ਦੀ ਚੋਣ ਕੀਤੀ ਜਾਵੇ, ਕਿਹੜੇ ਪਾਸੇ ਜਾਇਆ ਜਾਵੇ ਤੇ ਇਹਦੇ ਲਈ ਕਿੰਨੀ ਕੁ ਪੂੰਜੀ ਚਾਹੀਦੀ ਹੈ, ਇੱਕ ਵੱਡੇ ਸਵਾਲ ਹੁੰਦੇ ਆ। ਔਰ ਅਜਿਹੇ ਇੱਕ ਖੇਤਰ ਦੀ ਅਸੀਂ ਅੱਜ ਜਾਣਕਾਰੀ ਲੈ ਕੇ ਆਏ ਹਾਂ ਜਿੱਧਰ ਕਿ ਹਾਲਾਂਕਿ ਕਿਹਾ ਇਹ ਜਾਂਦਾ ਕਿ ਇਸ ਖੇਤਰ ਦੇ ਵਿੱਚ ਪੰਜਾਬੀ ਜਿਹੜੇ ਆ ਬਹੁਤ ਘੱਟ ਜਾਂਦੇ ਆ, ਪਰ ਅੱਜ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਇੰਪੋਰਟ ਐਕਸਪੋਰਟ ਦੇ ਬਿਜ਼ਨਸ ਬਾਰੇ, ਕਿ ਇਹ ਹੁੰਦਾ ਕੀ ਹੈ, ਕਿਵੇਂ ਕੀਤਾ ਜਾ ਸਕਦਾ ਆ ਅਤੇ ਇਹਦੇ ਵਿੱਚ ਕੀ ਸੰਭਾਵਨਾਵਾਂ ਨੇ, ਕਿਸ ਤਰੀਕੇ ਨਾਲ ਤੁਸੀਂ ਇਸ ਖੇਤਰ 'ਚ ਪ੍ਰਵੇਸ਼ ਕਰ ਸਕਦੇ ਹੋ। ਔਰ ਕੋਈ ਸਿਰਫ ਇੱਕ ਪ੍ਰੋਗਰਾਮ ਨਹੀਂ, ਅਸੀਂ ਇੱਕ ਲੰਬੀ ਲੜੀ ਚਲਾਵਾਂਗੇ ਜਿਹਦੇ ਵਿੱਚ ਪੂਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਕਿਸ ਤਰੀਕੇ ਨਾਲ ਤੁਸੀਂ ਇਸ ਖੇਤਰ ਵਿੱਚ ਜਿਹੜਾ ਵਾ ਉਹ ਜਾਣਕਾਰੀ ਦੇ ਸਕਦੇ ਹੋ। ਸੋ ਅਸੀਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਤੇ ਅੱਜ ਗੱਲਬਾਤ ਕਰਦੇ ਹਾਂ ਅਸੀਂ ਪ੍ਰਭ ਸਿਮਰ ਹੁਣਾਂ ਨਾਲ, ਜੋ ਕਿ ਅਗਲੇ ਪ੍ਰੋਗਰਾਮਾਂ ਵਿੱਚ ਵੀ ਸਾਡੇ ਨਾਲ ਬਣੇ ਰਹਿਣਗੇ ਤੇ ਸਾਨੂੰ ਇਸ ਵਿਸ਼ੇ ਤੇ ਪੂਰੀ ਜਾਣਕਾਰੀ ਦੇਣਗੇ। ਸੋ ਸਭ ਤੋਂ ਪਹਿਲਾਂ ਤਾਂ ਪ੍ਰਭ ਸਿਮਰ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਟੀਵੀ ਪੰਜਾਬ ਤੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਅਤੇ ਪ੍ਰਭ ਸਿਮਰ ਜੀ, ਤੁਸੀਂ ਖੁਦ ਇਸ ਖੇਤਰ ਵਿੱਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਹੋ ਔਰ ਇਸ ਖੇਤਰ 'ਚ ਸਫਲ ਵੀ ਹੋਏ ਹੋ। ਸੋ ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਕਿ ਪਹਿਲਾਂ ਦਰਸ਼ਕਾਂ ਨੂੰ ਆਪਾਂ ਇਹ ਦੱਸ ਦਈਏ ਕਿ ਇਸ ਇੰਪੋਰਟ ਐਕਸਪੋਰਟ ਬਿਜ਼ਨਸ ਦੀ ਡੈਫੀਨੇਸ਼ਨ ਕੀ ਹੈ, ਇਹਦੀ ਪਰਿਭਾਸ਼ਾ ਕੀ ਹੈ? ਹਾਂਜੀ, ਜਿੱਦਾਂ ਜ਼ਿਆਦਾਤਰ ਸਾਰੇ ਜਿਹੜੇ ਲੋਕ ਹੈ ਨਾ, ਉਹ ਜੀ ਆਮ ਤੌਰ ਤੇ ਇਸ ਨੂੰ ਇੰਪੋਰਟ ਐਕਸਪੋਰਟ ਜਾਂ ਐਕਸਪੋਰਟ ਇੰਪੋਰਟ ਦੇ ਨਾਮ ਦੇ ਨਾਲ ਜਾਣਦੇ ਆ ਨਾ। ਜਿਵੇਂ ਕਿ ਸਾਨੂੰ ਫੋਨ ਵੀ ਕੋਈ ਆਵੇ ਤੇ ਉਹ ਸਾਨੂੰ ਇਹੀ ਪੁੱਛਦੇ ਵੀ ਅਸੀਂ ਇੰਪੋਰਟ ਐਕਸਪੋਰਟ ਜਿਹੜਾ ਉਹ ਕਰਨਾ ਚਾਹੁੰਦੇ ਆ, ਇਹਦਾ ਲਾਇਸੈਂਸ ਕਿੱਦਾਂ ਮਿਲਦਾ, ਇੱਦਾਂ ਨਾ। ਜਦ ਕਿ ਜੇ ਆਪਾਂ ਐਕਚੁਅਲੀ ਦੇਖਿਆ ਜਾਵੇ ਤਾਂ ਇਹਦੇ ਵਿੱਚ ਕਾਫੀ ਕੈਟੇਗਰੀਜ਼ ਹੈ, ਬਟ ਜਿਹੜੀ ਆਪਣਾ ਮੇਜਰ ਕੈਟੇਗਰੀ ਜਿਹੜੀ ਆ ਉਹ ਕਮੋਡਿਟੀ ਟ੍ਰੇਡਿੰਗ ਜਿਹਨੂੰ ਆਪਾਂ ਕਹਿੰਦੇ ਆ ਨਾ, ਕਿ ਕਿਸੇ ਚੀਜ਼ ਨੂੰ ਇੱਕ ਮੁਲਕ ਤੋਂ ਖਰੀਦਣਾ ਤੇ ਦੂਜੇ ਮੁਲਕ 'ਚ ਵੇਚਣਾ, ਤੇ ਜਾਂ ਕਿਸੇ ਹੋਰ ਮੁਲਕ ਤੋਂ ਖਰੀਦ ਕੇ ਤੇ ਆਪਣੇ ਜਿੱਥੇ ਤੁਸੀਂ ਰਹਿੰਦੇ ਹੋ, ਜਿੱਥੇ ਤੁਹਾਡੀ ਕੰਪਨੀ ਹੈ, ਉਸ ਮੁਲਕ ਦੇ ਵਿੱਚ ਵੇਚਣਾ, ਇਹ ਇੰਪੋਰਟ ਐਕਸਪੋਰਟ ਹੈ। ਤੇ ਜੇ ਆਪਾਂ ਆਮ ਤੌਰ ਤੇ ਲੋਕਾਂ ਦੀ ਗੱਲ ਦੇਖੀਏ ਵੀ ਲੋਕੀ ਸਮਝਦੇ ਆ ਸ਼ਾਇਦ ਬਈ ਜੇ ਤੁਸੀਂ ਇਸ ਕੰਟਰੀ ਤੋਂ, ਜਿਸ ਕੰਟਰੀ 'ਚ ਤੁਸੀਂ ਹੈਗੇ ਹੋ, ਉੱਥੋਂ ਦੀ ਤੁਸੀਂ ਖਰੀਦ ਕੇ ਤੇ ਤੁਸੀਂ ਇੰਡੀਆ ਹੋ ਗਿਆ ਜਾਂ ਟਿਮਕੈਨ ਨਾਈਜੀਰੀਆ ਜਾਂ ਟੀਮਾ ਗਾਨਾ ਜਾਂ ਜਬਲ ਅਲੀ UAE ਦੇ ਵਿੱਚ ਤੁਸੀਂ ਜੇ ਉਹ ਸੈਲ ਕਰ ਦਿੰਦੇ ਹੋ ਤਾਂ ਦੈਟਸ ਇਟ, ਤੁਸੀਂ ਐਕਸਪੋਰਟਰ ਜਿਹੜਾ ਉਹ ਬਣ ਜਾਂਦੇ ਹੋ ਜਾਂ ਸ਼ਿਪਰ ਤੁਸੀਂ ਬਣ ਜਾਂਦੇ ਹੋ। ਪਰ ਇੱਦਾਂ ਨਹੀਂ ਹੁੰਦਾ। ਇਹ ਥੋੜ੍ਹੀ ਜਿਹੀ ਇਹਦੀ ਡਿਟੇਲ ਹੁੰਦੀ ਜਿਹੜੀ ਆਪਾਂ ਆਉਣ ਵਾਲੇ ਸਮੇਂ ਵਿੱਚ ਲਵਾਂਗੇ। ਕੁਝ ਸਟੈਪਸ ਹੁੰਦੇ ਆ ਜਿਹਨੂੰ ਆਪਾਂ ਪ੍ਰੋਪਰ ਫੋਲੋ ਕਰਨਾ ਪੈਂਦਾ ਹੈ। ਉਸ ਜਿਹੜੀ ਤੁਸੀਂ ਗਵਰਨਮੈਂਟ, ਜਿੱਥੇ ਤੁਸੀਂ ਰਹਿੰਦੇ ਹੋ, ਜਿੱਥੇ ਤੁਹਾਡੀ ਕੰਪਨੀ ਹੈ, ਉਹਦੀ ਗਵਰਨਮੈਂਟ ਨੂੰ ਤੁਹਾਨੂੰ ਇੱਕ ਤਰੀਕੇ ਦੀ ਡੈਕਲੇਰੇਸ਼ਨ ਦੇਣੀ ਪੈਂਦੀ ਹੈ ਕਿ ਤੁਸੀਂ ਕੀ ਐਕਸਪੋਰਟ ਕਰ ਰਹੇ ਹੋ, ਉਹਦੇ ਅਲੱਗ ਲਾਇਸੈਂਸ ਹੁੰਦੇ ਆ। ਸੋ ਇਹ ਇੱਕ ਆਪਾਂ ਇਹ ਕਹਿ ਕੇ ਚੱਲ ਸਕਦੇ ਹਾਂ ਕਿ ਜੋ ਐਕਸਪੋਰਟ ਇੰਪੋਰਟ ਹੈ ਉਹ ਕਮੋਡਿਟੀ ਟ੍ਰੇਡਿੰਗ
ਜਾਂ ਇਹਦੇ ਨਾਲ ਆਪਾਂ ਇੱਕ ਹੋਰ ਸ਼ਬਦ ਯੂਜ਼ ਕਰਾਂਗੇ। ਥੋੜਾ ਮੈਂ ਅੱਜ ਕੋਸ਼ਿਸ਼ ਕਰ ਰਿਹਾ ਕਿ ਟੈਕਨੀਕਲ ਜਿਹੜੇ ਸ਼ਬਦ ਹੈ ਉਹ ਨਾ ਯੂਜ਼ ਕੀਤੇ ਜਾਣ, ਜੀ ਬਿਲਕੁਲ ਲੇਮੈਨ ਲੈਂਗੁਏਜ ਇਹਨੂੰ ਐਕਸਪਲੇਨ ਕੀਤਾ ਜਾਵੇ। ਤੇ ਇੱਕ ਵਰਡ ਜਿਹੜਾ ਮੈਂ ਯੂਜ਼ ਕਰਨਾ ਚਾਹੂੰਗਾ ਉਹ ਹੈਗਾ ਕਮੋਡਿਟੀ ਬ੍ਰੋਕਰਿੰਗ ਜਾਂ ਫੈਸਿਲਿਟੇਸ਼ਨ। ਉਹਦੇ ਵਿੱਚ ਇਹ ਹੈ ਕਿ ਤੁਸੀਂ ਆਪ ਕੁਝ ਬਾਈ ਜਾਂ ਸੈਲ ਨਹੀਂ ਕਰਦੇ, ਉਹ ਹੁੰਦਾ ਉਹ ਐਕਸਪੋਰਟ ਹੀ ਹੈ ਜਾਂ ਇੰਪੋਰਟ ਹੀ ਹੈ, ਲੇਕਿਨ ਤੁਸੀਂ ਕੁਝ ਬਾਈ ਜਾਂ ਸੈਲ ਨਹੀਂ ਕਰਦੇ। ਤੁਸੀਂ ਸਿਰਫ ਐਜ਼ ਅ ਬ੍ਰੋਕਰ, ਜਿਵੇਂ ਕਿ ਆਪਾਂ ਕਹੀਏ ਵੀ ਰੀਅਲਟਰ ਜਿਵੇਂ ਹੁੰਦੇ ਆ, ਹੈ ਨਾ, ਉਹ ਜਿਹੜੇ ਰੀਅਲਟਰ ਆ ਉਹ ਕੁਝ ਬਾਏ ਕਰਕੇ ਜਾਂ ਸੈਲ ਨਹੀਂ ਕਰਦੇ। ਉਹ ਤੁਹਾਨੂੰ ਜੇ ਤੁਸੀਂ ਘਰ ਲੈਣਾ ਹੈ ਤਾਂ ਤੁਸੀਂ ਰੀਅਲਟਰ ਕੋਲ ਜਾਓ, ਰੀਅਲਟਰ ਜਿਹੜੇ ਉਹ ਬਾਏ ਕਰਕੇ ਸੈਲ ਨਹੀਂ ਕਰਦੇ, ਜੀ ਉਹ ਐਜ਼ ਅ ਬ੍ਰੋਕਰ ਵਰਕ ਕਮਿਸ਼ਨ ਤੇ ਕੰਮ ਕਰਦੇ ਆ। ਸੋ ਇਹ ਦੋ ਤਰ੍ਹਾਂ ਦੀਆਂ ਇਹਦੀਆਂ ਜਿਹੜੀਆਂ ਮੇਜਰ ਕੈਟਾਗਰੀਜ਼ ਹੈ, ਇਹਦੇ ਵਿੱਚ ਤੁਸੀਂ ਟ੍ਰੇਡ ਵੀ ਕਰ ਸਕਦੇ ਹੋ, ਬਾਏ ਐਂਡ ਸੈਲ ਵੀ ਕਰ ਸਕਦੇ ਹੋ, ਤੇ ਤੁਸੀਂ ਇਹਦੇ ਵਿੱਚ ਬ੍ਰੋਕਰਿੰਗ ਵੀ ਕਰ ਸਕਦੇ ਹੋ ਨਾ। ਜੀ ਅੱਛਾ, ਇਹਦੇ ਵਿੱਚ ਇੱਕ ਇਹ ਆ ਕਿ ਲੋਕ ਜਦੋਂ ਆਉਂਦੇ ਆ ਤਾਂ ਸਭ ਤੋਂ ਪਹਿਲਾਂ ਹੋ ਜਾਂਦਾ ਇਹ ਮੁਸ਼ਕਲ ਹੁੰਦੀ ਹੈ ਕਿ ਕੋਈ ਵੀ ਕੰਮ ਜਿਹੜਾ ਸ਼ੁਰੂ ਕਿਵੇਂ ਕੀਤਾ ਜਾਵੇ। ਸੋ ਇਸ ਖੇਤਰ ਵਿੱਚ ਪਹਿਲਾ ਕਦਮ ਕੀ ਹੁੰਦਾ ਹੈ ਕਿ ਲਾਇਸੈਂਸ ਲੈਣੇ ਪੈਂਦੇ ਆ ਜਾਂ ਕੁਝ ਹੋਰ ਕਰਨਾ ਪੈਂਦਾ ਜਾਂ ਇਹਦੇ ਸੰਬੰਧੀ ਕੋਈ ਟ੍ਰੇਨਿੰਗ ਲੈਣੀ ਪੈਂਦੀ ਹੈ? ਦੇਖੋ ਜੀ, ਮੈਂ ਤੁਹਾਨੂੰ ਮੈਂ ਦੱਸਦਾ ਵੀ ਜਿਹੜਾ ਸਭ ਤੋਂ ਪਹਿਲੀ ਗੱਲ ਹੈ ਨਾ, ਜਿਹੜਾ ਸਭ ਤੋਂ ਪਹਿਲਾਂ ਕਿਸੇ ਦੇ ਵੀ ਦਿਮਾਗ 'ਚ ਗੱਲ ਆਉਂਦੀ ਹੈ, ਉਹ ਇਹ ਆਉਂਦੀ ਹੈ ਕਿ ਇੰਪੋਰਟ ਐਕਸਪੋਰਟ ਲਾਇਸੈਂਸ ਜਾਂ ਐਕਸਪੋਰਟ ਇੰਪੋਰਟ ਲਾਇਸੈਂਸ ਸਾਨੂੰ ਚਾਹੀਦਾ ਹੈ, ਉਹ ਅਸੀਂ ਲਵਾਂਗੇ ਤੇ ਤਾਂ ਅਸੀਂ ਇਹ ਕੰਮ ਕਰ ਸਕਦੇ ਹਾਂ, ਹੈ ਨਾ। ਤੇ ਮੈਂ ਤੁਹਾਨੂੰ ਇੱਕ ਗੱਲ ਜਿਹੜੀ ਉਹ ਕਲੈਰੀਫਾਈ ਕਰ ਦੇਵਾਂ ਕਿ ਕੈਨੇਡਾ ਦੇ ਵਿੱਚ, US ਦੇ ਵਿੱਚ, ਹੋਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਇੰਪੋਰਟ ਐਕਸਪੋਰਟ ਲਾਇਸੈਂਸ ਜਾਂ ਐਕਸਪੋਰਟ ਇੰਪੋਰਟ ਲਾਇਸੈਂਸ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ। ਜੀ ਇਹ ਐਦਾਂ ਦਾ ਕੋਈ ਇੱਕ ਲਾਇਸੈਂਸ ਨਹੀਂ ਹੈ ਜਿਹੜਾ ਕਿ ਤੁਸੀਂ ਇੱਕ ਲਾਇਸੈਂਸ ਕੰਪਨੀ ਬਣਾ ਕੇ ਲੈ ਲਓ ਤੇ ਤੁਸੀਂ ਕੁਝ ਵੀ ਐਕਸਪੋਰਟ ਕੁਝ ਵੀ ਇੰਪੋਰਟ ਕਰ ਸਕਦੇ ਹੋ। ਅਲੱਗ-ਅਲੱਗ ਪ੍ਰੋਡਕਟਸ ਹੁੰਦੇ ਆ, ਅਲੱਗ-ਅਲੱਗ ਇਹਦੀਆਂ ਕੈਟਾਗਰੀਜ਼ ਹੁੰਦੀਆਂ। ਮੈਂ ਜਿਵੇਂ ਤੁਹਾਨੂੰ ਦੱਸਾਂ ਕਿ ਫਰਜ਼ ਕਰੋ ਤੁਸੀਂ ਫੂਡ ਇੰਪੋਰਟ ਕਰਨਾ ਚਾਹੁੰਦੇ ਹੋ ਕਿਤੋਂ ਵੀ, ਚਾਹੇ ਇੰਡੀਆ ਤੋਂ, ਚਾਹੇ ਚਾਈਨਾ ਤੋਂ, ਚਾਹੇ ਜਾਪਾਨ ਤੋਂ, ਚਾਹੇ ਨਾਈਜੀਰੀਆ ਤੋਂ ਕੈਸ਼ੂਜ਼ ਇੰਪੋਰਟ ਕਰਨੇ ਆ, ਇੰਡੀਆ ਤੋਂ ਰਾਈਸ ਇੰਪੋਰਟ ਕਰਨਾ, ਪਾਕਿਸਤਾਨ ਤੋਂ ਮੈਂਗੋਜ਼ ਇੰਪੋਰਟ ਕਰਨੇ, ਕੁਝ ਵੀ ਤੁਸੀਂ ਕਰਨਾ ਚਾਹੁੰਦੇ ਹੋ ਫੂਡ ਨਾਲ ਰਿਲੇਟਡ। ਉਹਦੇ ਵਿੱਚ ਕੀ ਹੁੰਦਾ ਹੈ ਕਿ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੀ ਜਿਹੜੀ ਕੰਪਨੀ ਹੈ ਉਹ ਰਜਿਸਟਰ ਕਰਨੀ ਹੈ। ਕੰਪਨੀ ਰਜਿਸਟਰ ਤੁਸੀਂ ਇਹਦੇ ਵੀ ਆਪਾਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਖੋਲ੍ਹ ਕੇ ਵਿਸਥਾਰ ਨਾਲ ਆਪਾਂ ਜਿਹੜਾ ਉਹ ਡਿਸਕਸ ਕਰਾਂਗੇ। ਮੈਂ ਹੁਣ ਥੋੜ੍ਹੇ ਜਿਹੇ ਲਫ਼ਜ਼ਾਂ ਵਿੱਚ ਤੁਹਾਨੂੰ ਮੈਂ ਇੰਟਰੋਡਕਸ਼ਨ ਦੇ ਦੇਵਾਂ ਜੀ ਕਿ ਕੰਪਨੀ ਬਹੁਤ ਤਰ੍ਹਾਂ ਦੀ ਰਜਿਸਟਰ ਹੋ ਸਕਦੀ ਹੈ। ਸੋਲ ਪ੍ਰੋਪਰਾਈਟਰਸ਼ਿਪ ਵੀ ਤੁਸੀਂ ਰਜਿਸਟਰ ਕਰ ਸਕਦੇ ਹੋ। ਜੇ ਸੋਲ ਪ੍ਰੋਪਰਾਈਟਰਸ਼ਿਪ ਕਰਨੀ ਹੈ ਉਹਦੇ ਵਿੱਚ ਤੁਹਾਡਾ ਕੋਈ ਖਰਚਾ ਨਹੀਂ ਹੁੰਦਾ, $60 ਲੱਗਦੇ ਆ, ਉਹ ਵੀ ਜੇ ਤੁਸੀਂ ਨੇਮ ਜਿਹੜਾ ਰਜਿਸਟਰ ਕਰਾਉਣਾ ਹੈ। ਤੇ ਐਕਚੁਅਲੀ ਦੇ ਵਿੱਚ ਸੋਲ ਪ੍ਰੋਪਰਾਈਟਰਸ਼ਿਪ ਜਿਹੜੀ ਹੈ ਉਹ ਇੱਕ ਕੰਪਨੀ ਸਟੇਟਸ ਨਹੀਂ ਹੁੰਦਾ, ਉਹ ਤੁਹਾਡਾ ਆਪਣਾ ਹੀ ਨਾਮ ਹੈ। ਜਿਵੇਂ ਫਰਜ਼ ਕਰੋ ਮੇਰਾ ਪ੍ਰਭ ਸਿਮਰ ਸਿੰਘ ਨਾਮ ਹੈ, ਮੇਰਾ ਜੋ ਰੈਕਰਡ ਹੈ, ਮੇਰਾ ਜੋ ਕ੍ਰੈਡਿਟ ਸਕੋਰ ਹੈ, ਉਹਦੇ ਬੇਸ ਤੇ ਮੈਂ ਇੱਕ ਨਾਮ ਜਿਹੜਾ ਹੈ ਟ੍ਰੇਡ ਨੇਮ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਮੈਂ ਲੈ ਲਿਆ। ਤੇ ਇਹ ਕੋਈ ਕੰਪਨੀ ਸਟਰਕਚਰ ਨਹੀਂ ਹੋਇਆ। ਇਹਦੇ ਵਿੱਚ ਕੀ ਹੁੰਦਾ ਕਿ ਦੇਖੋ, ਸੋਲ ਪ੍ਰੋਪਰਾਈਟਰਸ਼ਿਪ ਜਿਹੜੀ ਹੈ ਨਾ ਉਹ ਈਜ਼ੀਅਰ ਟੂ ਸਟਾਰਟ ਵਿਦ, ਬਟ ਲੌਂਗਰ ਰਨ ਦੇ ਵਿੱਚ ਇਹਦਾ ਕੋਈ ਬੈਨੀਫਿਟ ਨਹੀਂ ਹੁੰਦਾ। ਮੇਜਰ ਟੈਕਸ ਬੈਨੀਫਿਟ ਕੋਈ ਨਹੀਂ ਇਹਦਾ। ਟੈਕਸਿਸ ਜਿਹੜੇ ਆ ਕਾਰਪੋਰੇਸ਼ਨਸ ਦੇ ਵਿੱਚ ਬੈਟਰ ਹੁੰਦੇ ਆ। ਤੇ ਸਭ ਤੋਂ ਵੱਡੀ ਗੱਲ ਜਿਹੜੀ ਹੁੰਦੀ ਹੈ ਕਿ ਤੁਹਾਡੇ ਸਿਰ ਤੇ ਜਿਹੜੀ ਲਾਇਬਿਲਿਟੀ ਹੁੰਦੀ ਹੈ ਨਾ, ਉਹ ਸੋਲ ਪ੍ਰੋਪਰਾਈਟਰਸ਼ਿਪ ਸਭ ਤੋਂ ਜ਼ਿਆਦਾ ਹੁੰਦੀ ਹੈ। ਸੋ ਜੇ ਫਰਜ਼ ਕਰੋ ਚਲੋ ਆਪਾਂ ਸੋਲ ਪ੍ਰੋਪਰਾਈਟਰਸ਼ਿਪ ਜਾਂ ਕਾਰਪੋਰੇਸ਼ਨ ਜਾਂ ਆਪਾਂ ਪਾਰਟਨਰਸ਼ਿਪ ਕਿਸੇ ਵੀ ਤਰ੍ਹਾਂ ਦਾ ਕੋਈ ਜਿਹੜਾ ਬਿਜ਼ਨਸ ਸਟਰਕਚਰ ਹੈ ਉਹ ਆਪਾਂ ਲੈ ਲਿਆ, ਤੇ ਸਭ ਤੋਂ ਪਹਿਲਾ ਸਟੈਪ ਤਾਂ ਇਹੀ ਹੈ ਜੀ। ਦੂਸਰਾ ਸਟੈਪ ਉਸ ਤੋਂ ਬਾਅਦ ਹੈਗਾ ਹੈ ਕਿ ਤੁਸੀਂ ਜੇ ਤਾਂ ਐਕਸਪੋਰਟ ਕਰਨੀ ਹੈ, ਉਹਦੇ ਵਾਸਤੇ ਤੁਹਾਨੂੰ CBS ਕੈਨੇਡਾ ਬਾਰਡਰ ਸਰਵਿਸ ਏਜੰਸੀ, ਜਿਵੇਂ ਕਿ ਇੱਥੇ ਕੈਨੇਡਾ ਦੇ ਵਿੱਚ ਆਪਣੀ ਹੈਗੀ ਹੈ ਬਾਰਡਰ ਏਜੰਸੀ, ਉਹ US ਦੇ ਵਿੱਚ CBP ਹੈ, ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ। ਕੁਝ ਲੋਕ ਇਹਨੂੰ ਕਸਟਮਸ ਐਂਡ ਬਾਰਡਰ ਪੈਟਰੋਲ ਵੀ ਕਹਿੰਦੇ ਆ, ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਇਹਦਾ ਜਿਹੜਾ ਪੂਰਾ ਨਾਮ ਹੈ। ਉਹਦੇ ਤੋਂ ਕੁਝ ਤੁਹਾਨੂੰ ਜਿਹੜੇ ਲਾਇਸੈਂਸਿਸ ਵਗੈਰਾ ਲੈਣੇ ਪੈਂਦੇ ਆ। ਸੋ ਇਹਦੇ ਵਿੱਚ ਕੀ ਹੈ, ਜੇ ਤੁਸੀਂ ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਸੀ ਕਿ ਤੁਸੀਂ ਫੂਡ ਇੰਪੋਰਟ ਕਰ ਰਹੇ ਹੋ ਨਾ, ਹੁਣ ਅਸੀਂ ਇੰਪੋਰਟ ਕਰ ਰਹੇ ਹਾਂ, ਉਹਦਾ ਕੈਟਾਗਰੀ ਇੱਕ ਅਲੱਗ ਹੈ। SFCR ਦੇ ਅੰਡਰ ਉਹ ਆਉਂਦਾ ਹੈ, ਸੇਫ ਫੂਡ ਫॉर ਕੈਨੇਡੀਅਨ ਰੈਗੂਲੇਸ਼ਨਸ। ਮੈਂ ਥੋੜਾ ਕੋਸ਼ਿਸ਼ ਕਰ ਰਿਹਾ ਕਿ ਮੈਂ ਜ਼ਿਆਦਾ ਇਹਨੂੰ ਟੈਕਨੀਕਲ ਭਾਸ਼ਾ ਨਾ ਵਰਤਾਂ। ਸੋ ਇਹਦੇ ਵਿੱਚ ਕੀ ਹੁੰਦਾ ਜੀ, ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਫੂਡ ਇੰਪੋਰਟ ਕਰਦੇ ਹੋ, ਸੋ ਉਹਦੇ ਰੈਗੂਲੇਸ਼ਨਸ ਜਿਹੜੇ ਆ ਉਹ ਹੋਰ ਪ੍ਰੋਡਕਟਸ ਨਾਲੋਂ ਜਿਹੜੇ ਆ ਉਹ ਅਲੱਗ ਆ, ਉਹ ਡਿਫਰੈਂਟ ਹੈ, ਸੇਮ ਕੈਟਾਗਰੀ ਦੇ ਵਿੱਚ ਨਹੀਂ ਆਉਂਦੇ। ਸੋ ਤੁਹਾਨੂੰ ਉਹਦੇ ਵਿੱਚ ਇੱਕ SFC ਲਾਇਸੈਂਸ ਚਾਹੀਦਾ। ਹਰ ਇੱਕ ਪ੍ਰੋਡਕਟ ਇੰਪੋਰਟ ਜਾਂ ਐਕਸਪੋਰਟ ਕਰਨ ਵਾਸਤੇ ਤੁਹਾਨੂੰ ਲਾਇਸੈਂਸ ਨਹੀਂ ਚਾਹੀਦਾ। ਹੁਣ ਫਰਜ਼ ਕਰੋ ਤੁਸੀਂ ਕੈਨੇਡਾ ਤੋਂ ਸਕ੍ਰੈਪ ਮੈਟਲ ਐਕਸਪੋਰਟ ਕਰਨਾ, ਉਹਦੇ ਵਾਸਤੇ ਕੋਈ ਅਲੱਗ ਪਰਮਿਟ ਜਾਂ ਅਲੱਗ ਐਕਸਪੋਰਟ ਲਾਇਸੈਂਸ ਜਿਹੜਾ ਉਹਦੀ ਕੋਈ ਐਪਲੀਕੇਸ਼ਨ ਨਹੀਂ ਹੁੰਦੀ, ਕੋਈ ਚਾਹੀਦਾ ਨਹੀਂ ਹੁੰਦਾ, ਨਾ ਕੈਨੇਡਾ ਤੋਂ ਨਾ ਹੀ। ਇੱਦਾਂ ਦੇ ਬਹੁਤ ਸਾਰੇ ਪ੍ਰੋਡਕਟਸ ਹੈ। ਹੁਣ ਕੁਝ ਪ੍ਰੋਡਕਟਸ ਜਿਹੜੇ ਆ ਉਹ ਹੁੰਦੇ ਆ ਪ੍ਰੋਹਿਬਿਟਡ ਹੁੰਦੇ ਜਾਂ ਕੰਪਲੀਟਲੀ ਬੈਨਡ ਵੀ ਹੁੰਦੇ ਆ, ਆਊਟਰਾਈਟ ਬੈਨ ਹੋਣਾ ਤੇ ਤੁਸੀਂ ਕਰ ਹੀ ਨਹੀਂ ਸਕਦੇ, ਹੈ ਨਾ। ਤੇ ਕੁਝ ਪ੍ਰੋਡਕਟ ਹੈ ਜਿਹੜੇ ਉਹ ਪ੍ਰੋਹਿਬਿਟਡ ਹੈ ਜਾਂ ਕਿਸੇ ਤਰ੍ਹਾਂ ਰੈਗੂਲੇਟਡ ਹੈ। ਸੋ ਉਹਨਾਂ ਦੀਆਂ ਅਲੱਗ-ਅਲੱਗ ਲਿਸਟ ਹੁੰਦੀਆਂ। ਇੰਪੋਰਟੇਸ਼ਨ ਦੇ ਵਿੱਚ ਅਲੱਗ-ਅਲੱਗ ਲਿਸਟ ਹੈਗੀਆਂ, ਜਿਵੇਂ CCPSA ਹੈਗਾ, ਜਿਵੇਂ ਮੈਂ ਤੁਹਾਨੂੰ SFCR ਦੱਸਿਆ, ਉੱਦਾਂ ਹੀ ਤੁਸੀਂ ਫਰਜ਼ ਕਰੋ ਵੁੱਡ ਐਕਸਪੋਰਟ ਕਰ ਰਹੇ ਹੋ। ਸੋ ਵੁੱਡ ਐਕਸਪੋਰਟ ਕਰਨ ਦਾ ਜਿਹੜਾ ਪ੍ਰੋਸੈਸ ਉਹ ਡਿਫਰੈਂਟ ਹੈ। ਰਫ ਡਾਇਮੰਡਸ ਦਾ ਪ੍ਰੋਸੈਸ ਜਿਹੜਾ ਉਹ ਡਿਫਰੈਂਟ ਹੈ। ਲੀਗਲ ਤਰੀਕੇ ਨਾਲ ਤੁਸੀਂ ਬਹੁਤ ਕੁਝ ਜਿਹੜਾ ਐਕਸਪੋਰਟ ਕਰ ਸਕਦੇ ਹੋ। ਜੀ
ਅੱਛਾ ਪ੍ਰਭਸਿਮਰ ਜੀ, ਇਹਦੇ ਕੁਝ ਕੋਈ ਸੂਚੀਆਂ ਵੀ ਹੁੰਦੀਆਂ ਆ ਜਾਂ ਕੋਈ ਲਿਸਟ ਕਿੱਥੋਂ ਮਿਲਦੀਆਂ ਜਿਹਦੇ ਵਿੱਚ ਇਹ ਤੁਸੀਂ ਹੁਣੇ ਦੱਸਿਆ ਕਿ ਕੁਝ ਪ੍ਰੋਡਕਟਸ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਨਾ ਬਾਹਰ ਭੇਜ ਸਕਦੇ ਹਾਂ, ਲਿਆ ਸਕਦੇ ਹਾਂ, ਸੋ ਇਹ ਜਾਣਕਾਰੀ ਕਿਵੇਂ ਮਿਲਦੀ ਆ? ਬਿਲਕੁਲ ਜੀ, ਇਹਨਾਂ ਦੀ ਬਕਾਇਦਾ ਲਿਸਟ ਹੁੰਦੀ ਹੈ। ਜਿਵੇਂ ਕਿ ਐਕਸਪੋਰਟ ਕੰਟਰੋਲ ਲਿਸਟ, ਇੰਪੋਰਟ ਕੰਟਰੋਲ ਲਿਸਟ। ਇਹਦੇ ਵਿੱਚ ਹੁਣ ਇੰਪੋਰਟ ਕੰਟਰੋਲ ਲਿਸਟ ਦੇ ਵਿੱਚ ਗੱਲ ਕਰੀਏ ਤਾਂ ਕੁਝ ਕੈਮੀਕਲਸ ਹੁੰਦੇ ਆ, ਜਿਵੇਂ ਮੈਂ ਤੁਹਾਨੂੰ CCPSA ਪਹਿਲਾਂ ਦੱਸਿਆ, ਕੈਨੇਡਾ ਕੰਜ਼ਿਊਮਰ ਸੇਫਟੀ ਪ੍ਰੋਟੈਕਸ਼ਨ ਐਕਟ। ਉਹਦੇ ਵਿੱਚ ਕੀ ਹੁੰਦਾ ਕਿ ਜਿਵੇਂ ਆਪਾਂ ਤੁਹਾਨੂੰ ਮੈਂ ਜੇ ਸੌਖਾ ਐਗਜ਼ਾਮਪਲ ਕੋਈ ਦਵਾਂ ਜਿਹੜਾ ਕਿ ਸਾਰਿਆਂ ਨੂੰ ਛੇਤੀ ਸਮਝ ਆਵੇ, ਜਿਵੇਂ ਬੇਬੀ ਵਾਕਰਸ ਹੁੰਦੇ ਨਾ, ਆਪਾਂ ਇੰਡੀਆ ਦੇ ਵਿੱਚ ਜਿਹੜੇ ਵੀ ਵੱਡੇ ਹੁੰਦੇ ਆਪਾਂ ਉਹ ਵਾਕਰਸ ਦੇ ਵਿੱਚ ਆਪਾਂ ਤੁਰਨਾ ਸਿੱਖਦੇ ਹਾਂ। ਕੈਨੇਡਾ ਦੇ ਵਿੱਚ ਉਹ ਪ੍ਰੋਡਕਟ ਬੈਂਡ ਹੈ, ਉਹਨੂੰ ਤੁਸੀਂ ਇੰਪੋਰਟ ਨਹੀਂ ਕਰ ਸਕਦੇ। ਸੋ ਉਹ CCPSA ਦੇ ਅੰਡਰ ਬੈਂਡ ਹੈ। ਕੁਝ ਪ੍ਰੋਡਕਟ ਹੈ ਜਿਹੜੇ ਇੰਪੋਰਟ ਕੰਟਰੋਲ ਲਿਸਟ ਦੇ ਅੰਡਰ ਬੈਂਡ ਹੈ, ਤੇ ਕੁਝ ਪ੍ਰੋਡਕਟ ਜਿਹੜੇ ਐਕਸਪੋਰਟ ਕੰਟਰੋਲ ਲਿਸਟ ਦੇ ਅੰਡਰ ਜਿਹੜੇ ਆ ਉਹ ਬੈਂਡ ਹੈ। ਤੇ ਇਹ ਸਾਰੀਆਂ ਲਿਸਟ ਹੁੰਦੀਆਂ ਜਿਹੜੀਆਂ ਕਿ ਆਪਾਂ ਨੂੰ ਜਿਹੜੇ ਗਵਰਨਮੈਂਟ ਵੱਲੋਂ ਦਿੱਤੀਆਂ ਜਾਂਦੀਆਂ। ਥੋੜਾ ਜਿਹਾ ਮਤਲਬ ਇਹਨਾਂ ਦਾ ਆਪਾਂ ਇਹ ਕਹਿ ਸਕਦੇ ਹਾਂ ਕਿ ਹੁੰਦੀਆਂ ਥੋੜੀਆਂ ਲੈਂਥੀ ਹੈ ਜਾਂ ਕਨਫਿਊਜ਼ਨ ਹੁੰਦੀ ਹੈ, ਬਟ ਪ੍ਰੋਪਰ ਇਨਫੋਰਮੇਸ਼ਨ ਸਾਰੇ ਪਾਸੇ ਹੁੰਦੀ ਹੈ। ਸੇਮ ਥਿੰਗ US ਵਿੱਚ ਵੀ ਤੇ ਕੈਨੇਡਾ ਦੇ ਵਿੱਚ ਵੀ। ਐਦਾਂ ਨਹੀਂ ਹੈ ਕਿ ਤੁਸੀਂ ਕੁਝ ਇਨਫੋਰਮੇਸ਼ਨ ਜਿਹੜੀ ਚਾਹੁੰਦੇ ਹੋ ਤੇ ਤੁਹਾਨੂੰ ਕਿਤੋਂ ਮਿਲੇ ਨਾ, ਐਦਾਂ ਨਹੀਂ ਹੁੰਦਾ। ਕੁਝ ਇਹ ਵੀ ਹੁੰਦਾ ਕਿ ਸੈਂਕਸ਼ਨ ਹੁੰਦੇ ਆ, ਜਿਵੇਂ ਕਿ ਨਾ ਆਪਾਂ ਇਹ ਸੋਚਦੇ ਹਾਂ ਕਿ ਸ਼ਾਇਦ ਆਪਾਂ US ਤੋਂ ਕੁਝ ਇੰਪੋਰਟ ਕਰਨਾ ਹੈ ਕੈਨੇਡਾ ਦੇ ਵਿੱਚ, ਤੇ ਇੰਡੀਆ ਤੋਂ ਕੁਝ ਇੰਪੋਰਟ ਕਰਨਾ ਹੈ ਕੈਨੇਡਾ ਦੇ ਵਿੱਚ। ਆਪਾਂ ਸ਼ਾਇਦ ਸਮਝਦੇ ਕਿ ਇਹਨਾਂ ਦੋਵਾਂ ਦਾ ਪ੍ਰੋਸੈਸ ਜਿਹੜਾ ਉਹ ਸੇਮ ਹੀ ਹੋਏਗਾ। ਐਦਾਂ ਨਹੀਂ ਹੁੰਦਾ। ਹੁਣ ਜਿਹੜਾ US ਹੈ ਉਹ ਅਲੱਗ ਟ੍ਰੇਡ ਐਗਰੀਮੈਂਟਸ, ਆਪਣਾ ਇੱਕ ਟ੍ਰੇਡ ਐਗਰੀਮੈਂਟ ਹੈਗਾ ਜਿਹਨੂੰ ਲੋਕੀ ਨਾਫਤਾ ਦੇ ਨਾਲ ਜਾਣਦੇ। ਹਾਲਾਂਕਿ ਨਾਫਤਾ ਜਿਹੜਾ ਨਾਮ ਹੈ ਉਹ ਪੁਰਾਣਾ ਨਾਮ ਹੈ, ਨਾਰਥ ਅਮਰੀਕਨ ਫ੍ਰੀ ਟ੍ਰੇਡ ਐਗਰੀਮੈਂਟ, ਜਿਹੜਾ ਕਿ ਅਮਰੀਕਾ, ਕੈਨੇਡਾ ਤੇ ਮੈਕਸੀਕੋ ਦੇ ਅੰਡਰ ਆਉਂਦੇ ਆ। ਸੋ ਜੇ ਆਪਾਂ ਇਹਨੂੰ ਇਸ ਚੀਜ਼ ਨਾਲ ਕੰਪੇਅਰ ਕਰਕੇ ਦੇਖੀਏ ਕਿ ਇਹਦੇ ਵਿੱਚ ਜਿਹੜੀਆਂ ਡਿਊਟੀਜ਼ ਹੁੰਦੀਆਂ ਉਹ ਘੱਟ ਹੁੰਦੀਆਂ। ਜੇ ਇੰਡੀਆ ਦੇ ਨਾਲ ਆਪਣਾ ਇਸ ਟਾਈਮ ਤੇ ਫਿਲਹਾਲ ਕੋਈ ਕੈਨੇਡਾ ਦਾ ਤੇ ਇੰਡੀਆ ਦਾ ਟ੍ਰੇਡ ਐਗਰੀਮੈਂਟ ਆਪਸ 'ਚ ਨਹੀਂ ਹੈਗਾ। ਤੇ ਜੇ ਆਪਾਂ ਇਹ ਚੀਜ਼ ਨੂੰ ਨੋਟ ਕਰੀਏ ਵੀ ਹੁਣ ਵੈਨੇਜ਼ੁਏਲਾ ਫੋਰ ਐਗਜ਼ਾਮਪਲ, ਵੈਨੇਜ਼ੁਏਲਾ, ਈਰਾਨ ਹੋ ਗਿਆ, ਜ਼ਿੰਬਾਬਵੇ ਹੋ ਗਿਆ, ਇਹ ਜਿਹੜੇ ਇਹ ਕੰਟਰੀ ਸੈਂਕਸ਼ਨਡ ਹੈ। ਅਲੱਗ-ਅਲੱਗ ਤਰ੍ਹਾਂ ਦੇ ਸੈਂਕਸ਼ਨ ਹੁੰਦੇ ਆ, ਉਹ ਆਪਾਂ ਅੱਗੇ ਜਾ ਕੇ ਡਿਸਕਸ ਕਰਾਂਗੇ। ਸੋ ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖਣਾ ਤੁਸੀਂ ਪ੍ਰੋਡਕਟ ਕਿਹੜਾ ਐਕਸਪੋਰਟ ਇੰਪੋਰਟ ਕਰਨਾ ਚਾਹੁੰਦੇ ਹੋ। ਫਿਰ ਤੁਸੀਂ ਦੇਖਣਾ ਕਿਹੜੀ ਕੰਟਰੀ ਨੂੰ ਕਰਨਾ ਚਾਹੁੰਦੇ ਹੋ ਜਾਂ ਕਿਹੜੀ ਕੰਟਰੀ ਤੋਂ ਕਰਨਾ ਚਾਹੁੰਦੇ ਹੋ ਜੇ ਇੰਪੋਰਟ ਕਰ ਰਹੇ ਹੋ ਤਾਂ। ਸੋ ਫਿਰ ਆਪਾਂ ਇਹ ਦੇਖਣਾ ਹੈ ਕਿ ਜੇ ਤਾਂ ਤੁਸੀਂ ਉਹਨੂੰ ਇੰਪੋਰਟ ਕਰ ਰਹੇ ਹੋ ਤਾਂ ਕਈ ਵਾਰ ਕੀ ਹੁੰਦਾ, ਲੋਕ ਇਹ ਸਮਝਦੇ ਆ ਸ਼ਾਇਦ ਕਿ ਜੇ ਅਸੀਂ ਕੁਝ ਚਾਈਨਾ ਤੋਂ ਬਾਏ ਕੀਤਾ ਤੇ ਉਹਨੂੰ ਅਸੀਂ ਆਪਣੇ ਕੈਨੇਡਾ ਦੇ ਵਿੱਚ ਜਾਂ US ਦੇ ਵਿੱਚ ਸੈਲ ਕਰਨਾ ਤਾਂ ਉਹਦਾ ਇੱਕੋ ਇੱਕ ਤਰੀਕਾ ਉਹਨੂੰ ਇੰਪੋਰਟ ਕਰਨਾ ਪਏਗਾ। ਇੱਦਾਂ ਨਹੀਂ ਹੁੰਦਾ। ਤੁਸੀਂ ਸ਼ਿਪਰ ਔਨ ਰੈਕਰਡ ਵੀ ਹੋ ਸਕਦੇ ਹੋ, ਤੁਸੀਂ ਐਕਸਪੋਰਟਰ ਵੀ ਹੋ ਸਕਦੇ ਹੋ ਜੀ। ਸੋ ਇਹ ਸਾਰੇ ਚੀਜ਼ਾਂ ਨੂੰ ਆਪਾਂ ਜਿਹੜੇ ਮੱਦੇ ਨਜ਼ਰ ਰੱਖਦੇ ਹੋਏ ਤੇ ਫਿਰ ਆਪਾਂ ਇਹ ਡਿਸਾਈਡ ਕਰਦੇ ਹਾਂ ਕਿ ਸਾਨੂੰ ਕਿਹੜਾ ਲਾਇਸੈਂਸ ਚਾਹੀਦਾ ਹੈ। ਆਪਾਂ ਜਿਵੇਂ ਕਿ ਮੈਂ ਅੱਗੇ ਜਾ ਕੇ ਮੈਂ ਤੁਹਾਨੂੰ ਗੱਲ ਦੱਸੂਗਾ ਵੀ ਇਨਕੋ ਟਰਮਸ ਹੁੰਦੀਆਂ, ਹਾਊ ਟੂ ਬਾਏ, ਹਾਊ ਟੂ ਸੈਲ। ਤੁਸੀਂ ਬਾਏ ਕਿੱਦਾਂ ਕਰਨਾ ਹੈ, ਤੁਸੀਂ ਸੈਲ ਕਿੱਦਾਂ ਕਰਨਾ ਹੈ। ਉਹਦੇ ਇੱਕ 11 ਇਨਕੋ ਟਰਮਸ ਜਿਹੜੀਆਂ ICC ਵੱਲੋਂ, ਇੰਟਰਨੈਸ਼ਨਲ ਚੈਂਬਰਸ ਆਫ ਕਾਮਰਸ ਵੱਲੋਂ ਦਿੱਤੀਆਂ ਗਈਆਂ, ਇੰਟਰਨੈਸ਼ਨਲ ਹੁੰਦੀਆਂ। ਇੰਡੀਆ ਵਿੱਚ ਵੀ ਉਹੀ ਲਾਗੂ ਹੁੰਦੀਆਂ, ਕੈਨੇਡਾ ਵਿੱਚ ਵੀ, ਜ਼ਿੰਬਾਬਵੇ, ਨਾਈਜੀਰੀਆ, ਜੋ ਜਿੰਨੇ ਕੰਟਰੀ ਹੈ ਸਾਰਿਆਂ ਵਿੱਚ ਉਹ ਲਾਗੂ ਹੁੰਦੀਆਂ। ਇਹ ਜ਼ਰੂਰ ਹੈ ਕਿ ਉਹਨਾਂ ਦਾ ਜਿਹੜਾ ਗਲਤ ਫਾਰਮੈਟ ਹੈ ਨਾ, ਉਹ ਕਈ ਵਾਰ ਜ਼ਿਆਦਾ ਆਪਾਂ ਪੰਜਾਬੀ ਦਾ ਵਰਡ ਮੈਨੂੰ ਪ੍ਰਚਲਿਤ ਜਿਵੇਂ ਆਪਾਂ ਕਹੀਏ ਵੀ ਉਹ ਜ਼ਿਆਦਾ ਥੋੜਾ ਪ੍ਰਚਲਿਤ ਹੁੰਦਾ। ਪਰ ਜੇ ਕਈ ਵਾਰ ਇਹ ਹੁੰਦਾ ਵੀ ਜਿਵੇਂ ਤੁਸੀਂ ਫਰਜ਼ ਕਰੋ ਤੁਸੀਂ ਸਹੀ ਵਰਡ ਯੂਜ਼ ਕਰ ਰਹੇ ਹੋ, ਤੁਸੀਂ ਸਹੀ ਤਰੀਕੇ ਨਾਲ ਯੂਜ਼ ਕਰ ਰਹੇ ਹੋ, ਲੇਕਿਨ ਜੋ ਤੁਸੀਂ ਬਿਜ਼ਨਸ ਨਾਲ ਤੁਸੀਂ ਡੀਲ ਕਰ ਰਹੇ ਹੋ ਉਹ ਪਿਛਲੇ 10, 15, 20 ਸਾਲਾਂ ਤੋਂ ਇਸ ਖਿੱਤੇ ਵਿੱਚ ਹੈਗੇ ਨੇ ਤੇ ਉਹ ਇਨਕਰੈਕਟ ਜਿਹੜਾ ਵਰਡ ਹੈ ਯੂਜ਼ ਕਰ ਰਹੇ ਹੋ। ਸੋ ਤੁਹਾਨੂੰ ਵੀ ਉਹਦੇ ਨਾਲ ਇਨਕਰੈਕਟ ਵਰਡ ਯੂਜ਼ ਕਰਨਾ ਪੈਂਦਾ। ਮੈਂ ਇੱਕ ਐਗਜ਼ਾਮਪਲ ਤੁਹਾਨੂੰ ਦਿੰਦਾ। ਇੰਡੀਆ ਦੀ ਗੱਲ ਹੈ ਜੀ, ਬਹੁਤ ਵੱਡਾ ਬੈਂਕ ਉੱਥੇ ਦਾ ਜੀ, ਉਹਨਾਂ ਨੇ ਮੈਨੂੰ ਕਿਹਾ ਜਦੋਂ ਤੁਸੀਂ ਇਨਵੋਇਸ ਤੇ CNF ਨਹੀਂ ਲਿਖਦੇ, ਸੀ ਕੈਨੇਡਾ ਨੈਂਸੀ ਫਰੈਂਕ, CNF ਨਹੀਂ ਲਿਖਦੇ, ਅਸੀਂ ਤੁਹਾਨੂੰ ਪੇਮੈਂਟ ਨਹੀਂ ਕਰ ਸਕਦੇ। ਜਦਕਿ ਇਹ ਇਨਕਰੈਕਟ ਵਰਡ ਹੈ। ਇਹਦਾ ਐਕਚੁਅਲ ਵਰਡ ਜਿਹੜਾ ਸੀਗਾ ਉਹ ਸੀਗਾ C&F, ਕਾਸਟ ਐਂਡ ਫਰੇਟ। ਸੋ ਇਹ ਜਿਹੜਾ ਆਪਾਂ ਅੱਗੇ ਆਉਣ ਵਾਲੇ ਸਮੇਂ 'ਚ ਇਹਨੂੰ ਡਿਸਕਸ ਕਰਾਂਗੇ, ਇਹ ਇੱਕ ਇਨਕੋ ਟਰਮ ਹੈ। ਕਾਸਟ ਐਂਡ ਫਰੇਟ ਹੁੰਦਾ ਕਿ ਜੋ ਤੁਸੀਂ ਗੁੱਡਸ ਬਾਏ ਕਰ ਰਹੇ ਹੋ, ਮਾਲ ਜਿਹੜਾ ਤੁਸੀਂ ਬਾਏ ਕੀਤਾ ਹੈ, ਉਹ ਪਲੱਸ ਉਹਦੇ ਜਿਹੜਾ ਫਰੇਟ ਹੈ, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਨੇ ਕਿ ਪਹੁੰਚ ਦੇਣੀ ਜੀ। ਵੀ ਪਹੁੰਚ, ਆਪਾਂ ਕੋਈ ਵੀ ਚੀਜ਼ ਵੇਚਣੀ ਹੋ, ਆਪਾਂ ਪਹੁੰਚ ਉਸ ਫਲਾਣੀ ਥਾਂ ਤੱਕ ਆਪਾਂ ਉਹਨੂੰ ਪਹੁੰਚ ਉਹ ਚੀਜ਼ ਵੇਚ ਰਹੇ ਹਾਂ। ਸੋ ਇਹ ਹੁੰਦਾ ਵੀ ਕਾਸਟ ਐਂਡ ਫਰੇਟ, ਉੱਥੇ ਤੱਕ ਦਾ ਫਰੇਟ ਵੀ। ਫਰਜ਼ ਕਰੋ ਜੇ ਆਪਾਂ ਟੋਰਾਂਟੋ ਤੋਂ ਲਿਆ, ਟੋਰਾਂਟੋ ਤੋਂ ਆਪਾਂ ਲੈ ਕੇ ਤੇ ਉਹਨੂੰ ਕਰਾਚੀ ਅਸੀਂ ਵੇਚ ਰਹੇ ਹਾਂ ਜਾਂ ਕੋਟ ਕਾਸਿਮ ਪਾਕਿਸਤਾਨ ਦੇ ਵਿੱਚ ਵੇਚ ਰਹੇ ਹਾਂ। ਸੋ ਉੱਥੇ ਤੱਕ ਦਾ ਲੋਕਲ ਟਰੱਕਿੰਗ ਪਲੱਸ ਇੰਟਰਨੈਸ਼ਨਲ ਜਿਹੜਾ ਓਸ਼ਨ ਫਰੇਟ ਹੋਏਗਾ ਜਾਂ ਇੰਟਰਨੈਸ਼ਨਲ ਏਅਰ ਫਰੇਟ ਹੋਏਗਾ, ਉਹ ਵੀ ਅਸੀਂ ਦੇ ਰਹੇ ਹਾਂ। ਸੋ ਐਕਚੁਅਲ ਵਰਡ ਹੈ C&F, ਲੇਕਿਨ ਉਹ ਕੀ ਹੋਇਆ ਕਿ ਉਹ ਲੋਕੀ ਉਹਨੂੰ ਕਹਿੰਦੇ ਨਾ C&F, ਉਹ ਬਣ ਗਿਆ CNF ਜੀ। ਤੇ ਹੁਣ ਦੇਖੋ ਇੰਨਾ ਵੱਡਾ, ਮੈਂ ਇਕੱਲੇ ਇੰਡੀਆ ਦੀ ਗੱਲ ਨਹੀਂ ਤੁਹਾਨੂੰ ਕਰ ਰਿਹਾ, ਹੋਰ ਬੜੇ ਥਾਵਾਂ ਤੇ ਉਹਨੂੰ CNF ਇਹ ਉਹ ਜਿਹੜਾ ਉਹ ਮਤਲਬ ਸ਼ੁਰੂ ਹੋ ਗਿਆ ਉਹਨੂੰ ਕਹਿਣਾ। ਤੇ ਅੱਛਾ, ਉਹ ਜਿਹੜੀ
ਇੰਟਰਸਟਿੰਗ ਚੀਜ਼ ਤਾਂ ਇਹ ਹੈ ਕਿ ਲੋਕੀ ਕਹਿ ਰਹੇ ਕਿ ਤੁਸੀਂ ਗਲਤ, ਜਦੋਂ ਤੱਕ ਗਲਤ ਕੰਮ ਨਹੀਂ ਕਰਦੇ ਉਦੋਂ ਤੱਕ ਅਸੀਂ ਪੇਮੈਂਟ ਨਹੀਂ ਕਰਨੀ ਤੁਹਾਨੂੰ। ਸੋ ਕਈ ਵਾਰੀ ਏਦਾਂ ਵੀ ਹੋ ਜਾਂਦਾ। ਜੀ। ਅੱਛਾ, ਇੱਕ ਸਵਾਲ ਹੋ ਰਿਹਾ ਕਿਉਂਕਿ ਜਦੋਂ ਵੀ ਅਕਸਰ ਆਪਾਂ ਦੇਖਦੇ ਹਾਂ ਇਸ ਖੇਤਰ ਦੇ ਵਿੱਚ, ਇੱਕ ਕਿਉਂਕਿ ਤੁਸੀਂ ਟ੍ਰੇਨਿੰਗ ਵੀ ਦਿੰਦੇ ਹੋ ਇਸ ਬਿਜ਼ਨਸ ਦੀ, ਜਿਹੜੇ ਲੋਕ ਤੁਹਾਡੇ ਕੋਲ ਨਵੇਂ ਆਉਂਦੇ ਨੇ, ਸੋ ਇੱਕ ਇੱਕ ਮੇਰੇ ਮਨ 'ਚ ਸਵਾਲ ਇਹ ਹੈ ਕਿ ਜਦੋਂ ਇਸ ਖੇਤਰ ਦੇ ਵਿੱਚ ਆਉਣਾ ਆ ਤਾਂ ਕੀ ਉਦੋਂ ਕਿਸ ਤਰ੍ਹਾਂ ਦਾ ਪਿਛੋਕੜ ਹੋਣਾ ਚਾਹੀਦਾ? ਕੀ ਇਹ ਮੈਟਰ ਕਰਦਾ ਕਿ ਉਹਨੇ ਕਿਹੜੀ ਪੜ੍ਹਾਈ ਕੀਤੀ ਆ, ਪਹਿਲਾਂ ਕਿਸ ਕੰਮ ਦਾ ਤਜਰਬਾ ਆ, ਜਾਂ ਪਹਿਲਾਂ ਇਸ ਕੰਮ ਦਾ ਤਜਰਬਾ ਨਹੀਂ, ਉਹਦੇ ਲਈ ਔਖਾ ਹੋਏਗਾ ਜਾਂ ਨਹੀਂ ਕਰ ਸਕਦਾ? ਸੋ ਇਸ ਬਾਰੇ ਕਿਸ ਤਰ੍ਹਾਂ ਦਾ ਤੁਹਾਡਾ ਵਿਚਾਰ ਹੈ? ਕੀ ਪਿਛੋਕੜ ਮੈਟਰ ਕਰਦਾ ਇਹਦੇ ਵਿੱਚ? ਦੇਖੋ ਜੀ, ਓਨੈਸਟਲੀ ਮੈਂ ਤੁਹਾਨੂੰ ਦੱਸਾਂ, ਮੈਂ ਪਿੱਛੋਂ ਇੰਜੀਨੀਅਰਿੰਗ ਕੀਤੀ ਹੈ, ਇਲੈਕਟ੍ਰੋਨਿਕਸ ਐਂਡ ਟੈਲੀਕਮਿਊਨੀਕੇਸ਼ਨਸ। ਕੈਨੇਡਾ ਦੇ ਵਿੱਚ ਮੈਂ ਆਇਆ ਸੀ 2007 ਨਾ, ਤੇ ਇੱਥੇ ਮੈਂ ਆਇਆ ਸੀ ਵਾਇਰਲੈਸ ਟੈਲੀਕਮਿਊਨੀਕੇਸ਼ਨਸ ਦੇ ਵਿੱਚ। ਤਾਂ ਜਦੋਂ ਮੈਂ ਇੱਥੇ ਆਇਆ ਤਾਂ ਮੈਂ ਇੱਥੇ ਦੇਖਿਆ ਵੀ ਯਾਰ ਇੱਥੇ ਨਾ ਤਾਂ ਕੁਛ ਆਪਣਾ ਕੰਮ ਹੀ ਜਿਹੜਾ ਉਹ ਕਰਨਾ ਚਾਹੀਦਾ ਹੈ। ਤੇ ਵੀ ਹੁਣ ਮੈਂ ਫੀਲਡ ਕੰਪਲੀਟਲੀ ਚੇਂਜ ਕੀਤੀ ਆਪਣੀ। ਮੈਂ ਕੋਈ ਫਾਰਮਲ ਐਜੂਕੇਸ਼ਨ ਜਿਹੜੀ ਹੈ ਨਾ, ਉਹ ਐਜ਼ ਸੱਚ ਬਹੁਤ ਲੰਬੀ ਚੌੜੀ ਐਜੂਕੇਸ਼ਨ ਮੈਂ ਇਸ ਫੀਲਡ ਦੇ ਵਿੱਚ ਨਹੀਂ ਰਹੀ। ਹੁੰਦਾ ਕੀ ਹੈ ਕਿ ਮੇਰੇ ਕੋਲ ਨਾ ਹੁਣ ਦੋ ਤਰ੍ਹਾਂ ਦੇ ਜਿਹੜੇ ਆ ਉਹ ਬੰਦੇ ਆਉਂਦੇ, ਕਈ ਅਸੀਂ ਇੰਪੋਰਟ ਐਕਸਪੋਰਟ ਕੰਸਲਟੈਂਟ ਵਰਕ ਕਰਦੇ ਹਾਂ ਨਾ। ਹੁਣ ਸਾਡੇ ਕੋਲ ਜਿਹੜੇ ਆ ਨਾ ਉਹ ਨਿਊ ਕਮਰਸ ਵੀ ਆਉਂਦੇ ਜਿਹੜੇ ਕਿ ਬਿਲਕੁਲ ਨਵੇਂ ਆ ਇਸ ਖਿੱਤੇ ਦੇ ਵਿੱਚ, ਉਹਨਾਂ ਨੂੰ ਕੁਝ ਨਹੀਂ ਪਤਾ ਇਹਦੇ ਬਾਰੇ, ਜਾਂ ਉਹਨਾਂ ਦਾ ਬੈਕਗਰਾਊਂਡ ਜਿਹੜਾ ਹੈ ਉਹ ਹੋ ਸਕਦਾ ਹੈ ਉਹਨਾਂ ਨੇ MBA ਕੀਤੀ ਹੋਈ, ਫਰਜ਼ ਕਰੋ ਹੈ ਨਾ, ਹੁਣ ਬਿਜ਼ਨਸ ਦੇ ਨਾਲ ਰਿਲੇਟਡ ਹੈ। ਜਾਂ ਇੱਥੇ ਇੱਕ ਪ੍ਰੋਗਰਾਮ ਹੈਗਾ, ਉਹਦਾ ਨਾਮ ਹੈ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ, ਸ਼ੈਰਡਨ ਕਾਲਜ, ਹੰਬਰ ਕਾਲਜ, ਬੜੇ ਸਾਰੇ ਕਾਲਜਸ ਦੇ ਵਿੱਚ ਉਹ ਪ੍ਰੋਗਰਾਮ ਹੁੰਦਾ। ਹੁਣ ਫਰਜ਼ ਕਰੋ ਕਿ ਮੇਰੇ ਕੋਲੋਂ ਉਹ ਵਾਲਾ ਕੋਈ ਜੇ ਬੰਦਾ ਜਿਹੜਾ ਉੱਥੋਂ ਦੀ ਆ ਰਿਹਾ ਤੇ ਕੋਈ ਮੇਰੇ ਕੋਲ ਇੱਕ ਬਿਲਕੁਲ ਨਿਊ ਕਮਰ ਆ ਰਿਹਾ, ਓਨੈਸਟਲੀ ਮੈਨੂੰ ਜਿਹੜਾ ਹੁੰਦਾ ਨਾ ਈਜ਼ੀ, ਉਹ ਹੁੰਦਾ ਕਿ ਨਿਊ ਕਮਰ ਹੈ ਨਾ ਜਿਹੜਾ, ਉਹਨੂੰ ਸਿਖਾਉਣਾ ਥੋੜਾ ਈਜ਼ੀ ਹੁੰਦਾ ਕਿਉਂਕਿ ਉਹਦਾ ਕੱਪ ਜਿਹੜਾ ਆਲਰੇਡੀ ਐਮਟੀ ਹੁੰਦਾ। ਤੇ ਜਿਹੜੇ ਆਪਾਂ ਜੇ ਗੱਲ ਕਰੀਏ ਜਿਨ੍ਹਾਂ ਨੇ ਆਲਰੇਡੀ ਇਹ ਕੰਮ ਕੀਤਾ ਹੋਇਆ ਜਾਂ ਜਿਹੜੇ ਕਰ ਰਹੇ ਆ ਜੀ, ਉਹਨਾਂ ਨੂੰ ਥੋੜੀ ਬਹੁਤੀ ਨੌਲੇਜ ਜਿਹੜੀ ਆ ਆਲਰੇਡੀ ਹੁੰਦੀ ਹੈ। ਕਈ ਵਾਰੀ ਅਸੀਂ ਜਿਹੜਾ ਹੈ ਉਹਨਾਂ ਨੂੰ ਕਹਿੰਦੇ ਵੀ ਨਹੀਂ ਤੁਸੀਂ ਇਨਕੋ ਟਰਮ ਇਹ ਨਹੀਂ ਯੂਜ਼ ਕਰਨੀ, ਜਾਂ ਟਰਮੀਨੋਲੋਜੀ ਇਹ ਨਹੀਂ ਯੂਜ਼ ਕਰਨੀ, ਜਾਂ LC ਬਹੁਤ ਕੁਝ ਹੁੰਦਾ ਇਹਦੇ ਵਿੱਚ। ਉਹ ਅਸੀਂ ਉਹਨਾਂ ਨੂੰ ਕਹਿੰਦੇ ਵੀ ਉਹ ਫਿਰ ਥੋੜਾ ਕਨਫਿਊਜ਼ ਹੋ ਜਾਂਦੇ ਕਿ ਅਸੀਂ ਸਿੱਖਿਆ ਤਾਂ ਜਿਹੜਾ ਇਹੀ ਹੈ, ਪੜ੍ਹਿਆ ਤਾਂ ਅਸੀਂ ਇਹੀ ਹੈ, ਤੇ ਸਾਰਾ ਕੁਝ ਹੁਣ ਬੁੱਕਸ ਦੇ ਅਕੋਰਡਿੰਗਲੀ ਨਹੀਂ ਨਾ ਹੁੰਦਾ। ਸੋ ਐਕਚੁਅਲੀ ਦੇ ਵਿੱਚ ਬੈਕਗਰਾਊਂਡ ਹੈ ਜਿਹੜੀ ਕੋਈ ਇੰਨੀ ਖਾਸ ਇੰਪੋਰਟੈਂਟ ਨਹੀਂ ਹੈਗੀ। ਇੱਦਾਂ ਨਹੀਂ ਹੈ ਕਿ ਕਿਸੇ ਨੂੰ ਬਿਜ਼ਨਸ ਦੀ ਨੌਲੇਜ ਹੋਣੀ ਚਾਹੀਦੀ ਉਹੀ ਆ ਸਕਦਾ ਹੈ, ਜਾਂ ਜੇ ਕੋਈ ਬਹੁਤਾ ਜ਼ਿਆਦਾ ਪੜ੍ਹਿਆ ਲਿਖਿਆ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਇੰਗਲਿਸ਼ ਆਉਣੀ ਜਿਹੜੀ ਹੈ ਉਹ ਕਾਫੀ ਹੱਦ ਤੱਕ ਜ਼ਰੂਰੀ ਹੈ, ਕਿਉਂਕਿ ਜਿਹੜਾ ਤੁਸੀਂ ਬਿਜ਼ਨਸ ਕਰਦੇ ਹੋ ਨਾ, ਕਿਤੇ ਵੀ ਤੁਸੀਂ ਬਾਏ ਐਂਡ ਸੈਲ ਕਰੋਗੇ, ਜਿੰਨੀਆਂ ਜ਼ਿਆਦਾ ਤੁਹਾਨੂੰ ਭਾਸ਼ਾਵਾਂ ਆਉਂਦੀਆਂ ਹੋਣਗੀਆਂ ਉਨਾ ਵਧੀਆ ਹੁੰਦਾ। ਤੁਸੀਂ ਮਿਡਲ ਈਸਟ ਦੇ ਵਿੱਚ ਕੰਮ ਕਰਦੇ ਹੋ, ਜੇ ਤੁਸੀਂ ਉੱਥੇ ਅਰਬੀ ਬੋਲਦੇ ਹੋ ਤਾਂ ਉਹਨਾਂ ਨੂੰ ਉਹ ਤੁਹਾਨੂੰ ਜ਼ਿਆਦਾ ਇੱਕ ਐਕਸੈਪਟੈਂਸ ਦਿੰਦੇ ਆ। ਤੁਸੀਂ ਸਮਝ ਰਹੇ ਮੇਰੀ ਗੱਲ ਨਾ। ਤੇ ਜੇ ਹੁਣ ਆਪਾਂ ਗੋਰੇ ਨਾਲ ਡੀਲ ਕਰਨਾ ਹੈ ਤੇ ਉਹ ਜੇ ਤੁਸੀਂ ਇੰਗਲਿਸ਼ ਬੋਲੋਗੇ ਤਾਂ ਤੁਹਾਨੂੰ ਜ਼ਿਆਦਾ ਐਕਸੈਪਟੈਂਸ ਮਿਲੇਗੀ। ਜੇ ਤੁਸੀਂ ਨਹੀਂ ਵੀ ਚੰਗੀ ਤਰ੍ਹਾਂ ਦੀ ਇੰਗਲਿਸ਼ ਬੋਲੋਗੇ, ਕੰਮ ਤਾਂ ਵੀ ਚੱਲ ਜਾਏਗਾ, ਲੇਕਿਨ ਥੋੜੀ ਜਿਹੀ ਔਖ ਆਏਗੀ ਜੀ। ਅੱਛਾ, ਇਹਦੇ ਵਿੱਚ ਇਹ ਵੀ ਆ ਕਿ ਜਦੋਂ ਵੀ ਕੋਈ ਕਾਰੋਬਾਰ ਸ਼ੁਰੂ ਕਰਨਾ ਹੁੰਦਾ, ਕਿਉਂਕਿ ਇੱਕ ਮਾਈਂਡਸੈਟ ਹੁੰਦਾ ਕਿ ਬਹੁਤ ਵੱਡੀ ਇਨਵੈਸਟਮੈਂਟ ਚਾਹੀਦੀ ਹੈ। ਜਿਵੇਂ ਕਿ ਆਪਾਂ ਜੇਕਰ ਮੋਸਟਲੀ ਆਪਾਂ ਪੰਜਾਬ ਤੋਂ ਆਇਆਂ ਦੀ ਗੱਲ ਕਰੀਏ ਜਾਂ ਬਾਹਰੋਂ ਆਇਆਂ ਦੀ ਗੱਲ ਕਰੀਏ, ਤਾਂ ਉਹ ਚਾਹੁੰਦੇ ਆ ਕਿ ਪਹਿਲਾਂ ਇੱਕ ਵੱਡੀ ਸ਼ਾਇਦ ਇਨਵੈਸਟਮੈਂਟ ਹੋਊਗੀ, ਫਿਰ ਹੀ ਅਸੀਂ ਕੋਈ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਹਾਂ। ਸੋ ਆਪਣੇ ਐਕਸਪੀਰੀਅੰਸ ਨਾਲ ਤੁਸੀਂ ਵੀ ਦੱਸੋ ਇੱਥੇ ਕਿ ਇੱਥੇ ਕਿਸ ਤਰੀਕੇ ਨਾਲ ਜਿਹੜਾ ਵਾ ਇਹ ਕਿੰਨੀ ਕੁ ਇਨਵੈਸਟਮੈਂਟ ਇਸ ਪਾਸੇ ਚਾਹੀਦੀ ਹੈ, ਜਾਂ ਕਿਸ ਤਰੀਕੇ ਨਾਲ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ? ਇਹ ਜੀ ਮੈਂ ਵੀ ਇਹੀ ਸੋਚਦਾ ਸੀਗਾ ਜਦੋਂ ਕੰਮ ਸ਼ੁਰੂ ਕੀਤਾ, ਤੇ ਮੈਨੂੰ ਵੀ ਇਹੀ ਲੱਗਦਾ ਸੀ ਵੀ ਸ਼ਾਇਦ ਬਹੁਤ ਜ਼ਿਆਦਾ ਇਨਵੈਸਟਮੈਂਟ ਚਾਹੀਦੀ ਹੋਏਗੀ। ਮੈਂ ਆਪਣੇ ਫਰੈਂਡਸ ਨਾਲ ਰਹਿੰਦਾ ਸੀਗਾ, ਅਸੀਂ ਮਾਰਟਨ ਦੇ ਵਿੱਚ ਬੇਸਮੈਂਟ, ਜਦੋਂ 2009 ਦੀ ਮੈਂ ਤੁਹਾਨੂੰ ਗੱਲ ਦੱਸ ਰਿਹਾ। ਸੋ ਜਦੋਂ ਮੈਂ ਇਹ ਕੰਮ ਸ਼ੁਰੂ ਕਰਨਾ ਸੀ ਤਾਂ ਮੈਂ ਆਪਣੇ ਫਰੈਂਡਸ ਨਾਲ ਜਦੋਂ ਡਿਸਕਸ ਕੀਤਾ ਤੇ ਉਹਨਾਂ ਨੂੰ ਮੈਂ ਇਹ ਗੱਲ ਦੱਸੀ ਕਿ ਯਾਰ ਮੈਂ ਇਹ ਕੰਮ ਜਿਹੜਾ ਉਹ ਇੰਪੋਰਟ ਐਕਸਪੋਰਟ ਇੱਥੋਂ ਕੁਝ ਐਕਸਪੋਰਟ ਕਰਨਾ, ਮੈਂ ਤੇ ਉਹ ਮੈਂ ਕਰਨਾ ਚਾਹੁੰਦਾ ਤੇ ਮੈਂ ਕਰਨ ਲੱਗਾ। ਤੇ ਉਹਨਾਂ ਦਾ ਜਿਹੜਾ ਪਹਿਲਾ ਗੱਲ ਸੀਗਾ ਕਿ ਇਹਦੇ ਵਾਸਤੇ ਤਾਂ ਯਾਰ ਮਿਲੀਅਨਸ ਆਫ ਡਾਲਰ ਚਾਹੀਦੇ, ਇਹਦੇ ਵਾਸਤੇ ਇੰਨੇ ਪੈਸੇ ਚਾਹੀਦੇ, ਕੱਲ ਤਾਂ ਤੇਰਾ PR ਆਇਆ ਤੇ ਤੂੰ ਮਤਲਬ ਕਿੱਦਾਂ ਤੂੰ ਕੰਪਨੀ ਅੱਜ ਕਰ ਰਿਹਾ ਨਾ। ਮੈਂ ਜਦੋਂ ਮਤਲਬ ਆਪਾਂ ਇਹ ਸੋਚਦੇ ਹਾਂ ਨਾ ਕਿ ਇਹ ਕੰਮ ਹੋ ਸਕਦਾ ਹੈ ਜਾਂ ਇਹ ਕੰਮ ਨਹੀਂ ਹੋ ਸਕਦਾ, ਤੇ ਜਿਹੜਾ ਇੱਕ ਤਰੀਕੇ ਨਾਲ ਤੁਹਾਡੀ ਜਿਹੜੀ ਆਪਾਂ ਇੰਟਿਊਸ਼ਨ ਹੁੰਦੀ ਹੈ ਨਾ, ਉਹ ਹੁੰਦੀ ਹੈ ਕਿ ਯਾਰ ਇਹ ਕੰਮ ਤਾਂ ਬਹੁਤ ਔਖਾ ਤੇ ਆਪਾਂ ਨਾ ਕਰੀਏ। ਕੋਈ ਵੀ ਤੁਸੀਂ ਕੰਮ ਲੈ ਲਓ, ਮੈਂ ਇਹ ਚੀਜ਼ ਬਹੁਤ ਵਾਰ ਦੇਖੀ ਹੈ ਕਿ ਜ਼ਿਆਦਾਤਰ ਲੋਕ ਹੈ ਜਿਹੜੇ ਉਹ ਇਸ ਕੰਮ ਤੋਂ ਇੱਦਾਂ ਰਹਿ ਜਾਂਦੇ ਆ ਕਿ ਉਹ ਕਹਿੰਦੇ ਨਹੀਂ ਯਾਰ ਇਹ ਕੰਮ ਤਾਂ ਬਹੁਤ ਔਖਾ, ਇਹ ਹੋ ਨਹੀਂ ਸਕਦਾ, ਛੱਡ ਪਰਾਂ ਯਾਰ, ਇਹ ਹੋਣਾ ਨਹੀਂ। ਤੇ ਜਦ ਕਿ ਜਿਹੜਾ ਅਸਲੀਅਤ ਹੈ ਉਹ ਇਹ ਹੈ ਕਿ ਜਦੋਂ ਤੁਸੀਂ ਨਾ ਖਾਸ ਕਰਕੇ ਐਕਸਪੋਰਟ ਇੰਪੋਰਟ ਦੀ ਗੱਲ ਕਰਦੇ ਹੋ ਨਾ, ਇਹ ਦੋ ਅਲੱਗ ਤਰ੍ਹਾਂ ਦੇ ਬਿਜ਼ਨਸ ਹੈ। ਮੈਂ ਤੁਹਾਨੂੰ ਸ਼ੁਰੂ 'ਚ ਵੀ ਦੱਸਿਆ ਸੀਗਾ, ਇੱਕ ਤਾਂ ਹੈਗਾ ਟ੍ਰੇਡਿੰਗ ਤੇ ਇੱਕ ਹੈਗਾ ਬ੍ਰੋਕਰਿੰਗ। ਬ੍ਰੋਕਰਿੰਗ ਜਿਹੜਾ ਹੁੰਦਾ ਉਹ ਹੁੰਦਾ ਕਮਿਸ਼ਨ ਤੇ ਕੰਮ ਕਰਨਾ। ਹੁਣ ਤੁਸੀਂ ਪ੍ਰੋਪਰ ਐਗਰੀਮੈਂਟਸ ਦੇ ਨਾਲ ਕੰਮ ਕਰੋ। ICC ਦੁਆਰਾ ਤੁਹਾਨੂੰ ਪ੍ਰੋਪਰ ਐਗਰੀਮੈਂਟਸ ਦਿੱਤੇ ਗਏ ਆ। 769E ਦਾ ਇੱਕ ਪ੍ਰੋਪਰ ਐਗਰੀਮੈਂਟ ਹੈ ਜਿਹੜਾ ਕਿ ਇੰਟਰਮੀਡੀਏਟਰੀ ਪ੍ਰੋਟੈਕਸ਼ਨ ਐਗਰੀਮੈਂਟ ਹੈ, ਬ੍ਰੋਕਰ ਪ੍ਰੋਟੈਕਸ਼ਨ ਐਗਰੀਮੈਂਟ, ਜਿਹਨੂੰ ਆਮ ਤੌਰ ਤੇ ਲੋਕੀ NCND ਦੇ ਨਾਮ ਨਾਲ ਜਾਣਦੇ। ਉਹਦੇ ਤੇ ਵੀ ਮੈਂ ਇੱਕ ਆਰਟੀਕਲ ਲਿਖਿਆ ਸੀਗਾ ਕਿ ਜਿਹੜੇ 90% NCNDs ਹੈ, 95 ਆਈ ਸ਼ੁਡ ਸੇ, ਕਿ ਉਹ ਫੇਕ ਹੈ, ਬਿਲਕੁਲ ਇੰਪ੍ਰੋਪਰ ਐਗਰੀਮੈਂਟਸ ਹੈ। ਤੇ ਉਹ ਜਦੋਂ ਲੋਕੀ ਇਹ ਕੰਮ ਕਰਦੇ ਇੰਪ੍ਰੋਪਰ ਐਗਰੀਮੈਂਟਸ ਯੂਜ਼ ਕਰਕੇ ਫਿਰ ਉਹ ਕਹਿੰਦੇ ਕਿ ਨਹੀਂ ਯਾਰ ਇਹ ਤਾਂ ਕੰਮ ਬਹੁਤ ਔਖਾ ਹੋ ਰਿਹਾ।
ਕਿਉਂਕਿ ਉਹਨਾਂ ਨੇ ਐਗਰੀਮੈਂਟ ਹੀ ਜਿਹੜਾ ਪ੍ਰੋਪਰ ਯੂਜ਼ ਕੀਤਾ ਨਾ। ਜਦ ਕਿ ਜੇ ਤੁਸੀਂ ਉਹਨੂੰ ਪ੍ਰੋਪਰ ਐਗਰੀਮੈਂਟ ਯੂਜ਼ ਕਰੋ, ਇਹਦੇ ਵਿੱਚ ਤੁਹਾਡੀ ਇਨਵੈਸਟਮੈਂਟ ਜਿਹੜੀ ਹੈ ਨਾ ਉਹ ਸਿਰਫ ਕੰਪਨੀ ਸਟਾਰਟਅਪ ਦੀ, ਜਾਂ ਤੁਸੀਂ ਥੋੜਾ ਬਹੁਤਾ ਵੈਬਸਾਈਟ ਡਿਵੈਲਪ ਕਰਨੀ ਆ, ਆਫਿਸ ਤੁਸੀਂ ਆਪਣਾ ਲੈਣਾ ਹੈ, ਇਹੀ ਇਨਵੈਸਟਮੈਂਟ ਹੁੰਦੀ ਹੈ। ਇਸ ਤੋਂ ਇਲਾਵਾ ਪ੍ਰੋਡਕਟ ਦੇ ਵਿੱਚ ਕੋਈ ਇਨਵੈਸਟਮੈਂਟ ਨਹੀਂ, ਕਿਉਂਕਿ ਤੁਸੀਂ ਬਾਈ ਨਹੀਂ ਕਰਨਾ, ਤੁਸੀਂ ਸੈਲ ਨਹੀਂ ਕਰਨਾ, ਤੁਸੀਂ ਟ੍ਰੇਡਰ ਨਹੀਂ ਹੈਗੇ, ਤੁਸੀਂ ਬ੍ਰੋਕਰ ਹੋ। ਜੇ ਆਪਾਂ ਫਰਜ਼ ਕਰੀਏ ਕਿ ਤੁਸੀਂ ਟ੍ਰੇਡਿੰਗ ਵੀ ਕਰਦੇ ਹੋ, ਉਹਦੇ ਵਿੱਚ ਅੱਗੇ ਦੋ ਕੈਟੇਗਰੀਜ਼ ਆ ਜਾਂਦੀ ਹੈ, ਇੱਕ ਐਕਸਪੋਰਟਿੰਗ ਆ ਜਾਂਦੀ, ਇੱਕ ਇੰਪੋਰਟਿੰਗ ਆ ਜਾਂਦੀ ਹੈ ਨਾ। ਇੱਕ ਆਪਾਂ ਐਕਸਪੋਰਟ ਕਰਨਾ, ਜਦੋਂ ਕਿ ਆਪਾਂ ਐਕਸਪੋਰਟ ਕਰਦੇ ਆ ਨਾ, ਇੱਕ ਸਿੱਧਾ ਜਿਹਾ ਫੰਡ ਹੈ, ਐਕਸਪੋਰਟਰਸ ਆਲਵੇਸ ਗੈਟ ਐਡਵਾਂਸ ਪੇਮੈਂਟ। ਆਪਾਂ ਇਹ ਇੱਕ ਯੂਨੀਵਰਸਲ ਟਰੂਥ ਹੈ ਜਿਹੜਾ ਕਿ ਇਸ ਫੀਲਡ ਦੇ ਵਿੱਚ ਹੈਗਾ, ਐਕਸਪੋਰਟਰਸ ਆਲਵੇਸ ਗੈਟ ਐਡਵਾਂਸ ਪੇਮੈਂਟ। ਡਸਨਟ ਮੈਟਰ ਕਿ ਉਹ ਐਕਸਪੋਰਟਰ ਜਿਹੜੇ ਆ ਤੁਹਾਡੇ ਉਹ ਇੰਡੀਆ ਬੈਠੇ ਹੈ ਕਿ ਕੈਨੇਡਾ ਹੈ ਕਿ ਉਹ US ਦੇ ਵਿੱਚ ਹੈ, ਉਹ ਜਿੱਥੇ ਮਰਜ਼ੀ ਹੋਣ, ਉਹਨਾਂ ਨੂੰ ਐਡਵਾਂਸ ਪੇਮੈਂਟ ਜਿਹੜੀ ਉਹ ਮਿਲਦੀ ਹੈ। ਹੁਣ ਤੁਸੀਂ ਫਰਜ਼ ਕਰੋ ਜੇ ਤੁਹਾਨੂੰ ਐਡਵਾਂਸ ਪੇਮੈਂਟ ਮਿਲ ਰਹੀ ਹੈ ਤੇ ਤੁਸੀਂ ਕਿਸੇ ਦੇ ਵੇਅਰ ਹਾਊਸ ਚੋਂ ਸ਼ਿਪ ਕਰਨਾ ਹੈ, ਤੇ ਤੁਸੀਂ ਤੁਹਾਨੂੰ ਆਪਣਾ ਵੇਅਰ ਹਾਊਸ ਨਹੀਂ ਚਾਹੀਦਾ, ਤੁਸੀਂ ਪ੍ਰੋਡਕਟ ਖਰੀਦ ਕੇ ਕਿਤੇ ਰੱਖਿਆ ਨਹੀਂ, ਤੁਸੀਂ ਆਪਣੀ ਇਨਵੈਂਟਰੀ ਨਹੀਂ ਖਰੀਦੀ ਤੁਸੀਂ, ਹੈ ਨਾ। ਸੋ ਇਹਦੇ ਵਿੱਚ ਵੀ ਇਨਵੈਸਟਮੈਂਟ ਘੱਟ ਹੈ ਨਾ। ਤੇ ਕਈ ਵਾਰ ਇੱਦਾਂ ਹੁੰਦਾ ਕਿ ਤੁਸੀਂ ਜਿਹੜਾ, ਜਿਵੇਂ ਮੈਂ ਤੁਹਾਨੂੰ ਥੋੜੀ ਦੇਰ ਪਹਿਲਾਂ ਦੱਸਿਆ ਸੀ ਕਿ CFR ਇੱਕ ਇਨਕੋਟਰਮ ਹੁੰਦੀ ਹੈ, ਕਾਸਟ ਐਂਡ ਫਰੈਂਡ, ਜਿਹਨੂੰ ਆਪਾਂ ਪਹੁੰਚ ਕਹਿੰਦੇ ਹਾਂ। ਹੁਣ ਫਰਜ਼ ਕਰੋ ਕਿ ਇੱਕ ਪ੍ਰੋਡਕਟ ਉਹਦੀ ਕੀਮਤ ਹੈਗੀ ਹੈ $50, ਹੈ ਨਾ। ਇੱਕ ਆਪਾਂ ਉਹਦਾ ਲੋਕਲ ਟਰੱਕਿੰਗ ਲੈ ਲਈਏ $20, ਤੇ ਆਪਾਂ ਓਸ਼ਨ ਫਰੇਟ ਜਿਹੜਾ ਕਿ ਇੰਟਰਨੈਸ਼ਨਲ ਫਰੇਟ ਹੁੰਦਾ, ਪੋਰਟ, ਇੱਕ ਪੋਰਟ ਤੋਂ, ਕੈਨੇਡਾ ਦੇ ਪੋਰਟ ਤੋਂ ਲੈ ਕੇ ਇੰਡੀਆ ਦੇ ਪੋਰਟ ਤੱਕ, ਆਪਾਂ ਨਾਵਾ ਸ਼ਿਵਾ ਮੁੰਬਈ ਦੀ ਗੱਲ ਕਰ ਲਈਏ ਜਾਂ ਮੁੰਦਰਾ ਗੁਜਰਾਤ ਦੀ ਗੱਲ ਕਰ ਲਈਏ, ਉਹ ਹੋ ਗਿਆ ਜੀ $30। ਹੁਣ ਇਹ ਟੋਟਲ ਹੋ ਗਿਆ $100, ਹੈ ਨਾ। ਹੁਣ $100 ਤੇ ਸਾਨੂੰ ਨਾ 50% ਅਪਫਰੰਟ ਪੇਮੈਂਟ ਜਿਹੜੀ ਉਹ ਮਿਲ ਸਕਦੀ ਹੈ, 50% ਅਪਫਰੰਟ ਪੇਮੈਂਟ, ਹੈ ਨਾ। ਇਹ ਵੀ ਡਿਪੈਂਡ ਕਰਦਾ ਹੈ ਕਿ ਉਹ ਟੋਟਲ ਕੀਮਤ ਕਿੰਨੀ ਹੈ। ਜੇ ਤਾਂ ਟੋਟਲ ਕੀਮਤ ਹੈਗੀ ਹੈ $500,000, ਫਿਰ ਤੁਹਾਨੂੰ ਕੋਈ $2.5 ਲੱਖ ਤੁਹਾਡੇ ਅਕਾਊਂਟ 'ਚ ਨਹੀਂ ਪਾਉਣ ਲੱਗਾ, ਫਿਰ ਉਹਦੀ ਪੇਮੈਂਟ ਟਰਮਸ ਬਿਲਕੁਲ ਡਿਫਰੈਂਟ ਹੁੰਦੀਆਂ, ਫਿਰ ਲੈਟਰ ਆਫ ਕ੍ਰੈਡਿਟ ਹੋ ਜਾਂਦੇ ਆ, LCs ਹੋ ਜਾਂਦੇ ਆ। ਬਟ ਜੇ ਮੈਂ ਤੁਹਾਨੂੰ ਇਹ ਦੱਸਾਂ ਵੀ ਤੁਹਾਨੂੰ 50% ਅਪਫਰੰਟ ਪੇਮੈਂਟ ਜਿਹੜੀ ਉਹ ਮਿਲ ਰਹੀ ਹੈ, ਫਰਜ਼ ਕਰੋ ਟੋਟਲ ਜਿਹੜੀ ਸੀਗੀ ਉਹ 20,000 ਬਣਿਆ, 10,000 ਜਿਹੜਾ ਹੈ 50% ਤੁਹਾਨੂੰ ਮਿਲ ਗਿਆ। ਉਸ 50% ਨਾਲ ਤੁਸੀਂ ਦੇਖੋ ਆਪਣੀ ਪ੍ਰੋਡਕਟ ਦੀ ਕਾਸਟ ਕਿੰਨੀ ਸੀਗੀ, ਸਿਰਫ $50, ਤੇ ਆਪਾਂ ਤਾਂ ਉਹ ਚੀਜ਼ ਕਵਰ ਕਰ ਲਈ ਆਲਰੇਡੀ। ਜਦੋਂ 50% ਆਪਾਂ ਨੂੰ ਮਿਲ ਗਿਆ, ਆਪਣੀ 100% ਕਾਸਟ ਹੈ ਜਿਹੜੀ ਉਹ ਪ੍ਰੋਡਕਟ ਦੀ ਕਵਰ ਹੋ ਗਈ, ਹੈ ਨਾ। ਤੇ ਜੇ ਆਪਾਂ ਟਰੱਕਿੰਗ ਦੀ ਗੱਲ ਕਰੀਏ ਤਾਂ ਉਹਦੇ 'ਚ ਆਪਾਂ ਨੂੰ ਕ੍ਰੈਡਿਟ ਮਿਲਦਾ, ਆਪਾਂ ਨੂੰ ਐਡਵਾਂਸ ਨਹੀਂ ਦੇਣਾ ਪੈਂਦਾ, ਜਾਂ ਆਪਾਂ ਨੂੰ ਅਪਫਰੰਟ ਪੈਸੇ ਨਹੀਂ ਦੇਣੇ ਪੈਂਦੇ। ਉੱਦਾਂ ਹੀ ਓਸ਼ਨ ਫਰੇਟ ਹੁੰਦਾ। ਸੋ ਜੇ ਇਸ ਤਰੀਕੇ ਨਾਲ ਚੱਲੀਏ ਤਾਂ ਆਪਣੇ 1% ਵੀ ਜਿਹੜੀ ਆਪਣੀ ਇਨਵੈਸਟਮੈਂਟ ਨਹੀਂ ਲੱਗੀ ਪ੍ਰੋਡਕਟ ਦੇ ਵਿੱਚ ਜੀ, ਹੈ ਨਾ। ਤੇ ਜੇ ਆਪਾਂ ਇਹਨੂੰ ਮੰਨ ਕੇ ਚੱਲੀਏ ਇੰਪੋਰਟ ਕਰਨਾ, ਜ਼ਿਆਦਾਤਰ ਲੋਕੀ ਕਹਿੰਦੇ ਅਸੀਂ ਇੰਪੋਰਟ ਕਰਨਾ, ਅਸੀਂ ਇੰਡੀਆ ਤੋਂ ਰਾਈਸ ਇੰਪੋਰਟ ਕਰਨੇ, ਅਸੀਂ ਇੰਡੀਆ ਤੋਂ ਕੱਪੜਾ ਇੰਪੋਰਟ ਕਰਨਾ, ਅਸੀਂ ਇੰਡੀਆ ਤੋਂ ਨਾ ਜੀ ਅੱਜ ਕੱਲ੍ਹ ਖਾਸ ਕਰਕੇ ਲੋਕ ਕਹਿ ਰਹੇ ਮਾਸਕ ਇੰਪੋਰਟ ਕਰਾਂਗੇ ਚਾਈਨਾ ਤੋਂ, ਥਾਈਲੈਂਡ ਤੋਂ, PPEs ਜਿਹੜੇ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟਸ, ਉਹ ਅਸੀਂ ਇੰਪੋਰਟ ਕਰਾਂਗੇ, ਮਾਸਕ ਤੇ ਜੋ ਵੀ ਗਾਊਨਸ ਆਪਾਂ ਕਹਿ ਲਈਏ। ਉਹ ਹੁਣ ਉਹਦੇ ਵਿੱਚ ਨੌਲੇਜ ਜਿਹੜੀ ਹੈ ਤੁਹਾਨੂੰ ਬਹੁਤ ਜ਼ਰੂਰੀ ਚਾਹੀਦੀ ਹੁੰਦੀ ਹੈ। ਪਲੱਸ ਉਹਦੇ ਵਿੱਚ ਇੱਕ ਮੇਜਰ ਜਿਹੜੀ ਪ੍ਰੋਬਲਮ ਹੋ ਜਾਂਦੀ ਹੈ ਉਹ ਇਹ ਹੁੰਦੀ ਹੈ, ਜਦੋਂ ਤੁਸੀਂ ਇੰਪੋਰਟ ਕਰਦੇ ਹੋ, ਰਿਮੈਂਬਰ ਮੈਂ ਤੁਹਾਨੂੰ ਕਿਹਾ ਸੀਗਾ ਕਿ ਤੁਹਾਨੂੰ ਐਕਸਪੋਰਟਰਸ ਨੂੰ ਐਡਵਾਂਸ ਪੇਮੈਂਟ ਦੇਣੀ ਹੀ ਪਏਗੀ, ਜਿਹੜੇ ਐਕਸਪੋਰਟਰ ਉਹਨਾਂ ਨੂੰ ਮਿਲੇ। ਹੁਣ ਇਹਦੇ ਵਿੱਚ ਤੁਸੀਂ ਐਕਸਪੋਰਟਰ ਨਹੀਂ ਹੈਗੇ, ਇਹਦੇ ਵਿੱਚ ਐਕਸਪੋਰਟਰ ਹੈਗਾ ਜਿਹੜਾ ਥਾਈਲੈਂਡ ਤੋਂ ਐਕਸਪੋਰਟ ਕਰ ਰਿਹਾ, ਜਾਂ ਇੰਡੀਆ ਤੋਂ ਐਕਸਪੋਰਟ ਕਰ ਰਿਹਾ, ਜਾਂ ਕਿਤੋਂ ਵੀ ਐਕਸਪੋਰਟ ਕਰ ਰਿਹਾ, ਫਿਰ ਉਹਨੂੰ ਐਡਵਾਂਸ ਪੇਮੈਂਟ ਤੁਸੀਂ ਦਿਓਗੇ। ਕਿਉਂਕਿ ਜਿਹੜਾ ਤੁਹਾਡਾ ਇੱਥੇ ਬਾਇਰ ਹੈ ਕੈਨੇਡਾ ਦੇ ਵਿੱਚ ਜਾਂ US ਦੇ ਵਿੱਚ, ਜਿਹੜਾ ਵੀ ਕੋਈ ਇੱਥੇ ਬਾਇਰ ਬੈਠਾ ਹੈ, ਉਹ ਤੁਹਾਨੂੰ ਪੇਮੈਂਟ ਨਹੀਂ ਕਰੇਗਾ। ਤੇ ਇਹ ਵੀ ਡਿਪੈਂਡ ਕਰਦਾ ਕਿ ਤੁਸੀਂ ਕਿਸ ਪਾਰਟੀ ਨੂੰ ਤੁਸੀਂ ਵੇਚ ਰਹੇ ਹੋ। ਜੇ ਤਾਂ ਆਪਾਂ ਗੱਲ ਕਰੀਏ ਹੋਮ ਡੀਪੋ, ਵਾਲਮਾਰਟ, ਇੱਦਾਂ ਦੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਹੈਗੀਆਂ, ਇਹਨਾਂ ਦੇ ਪੇਮੈਂਟ ਟਰਮਸ ਆ ਜਿਹੜੇ ਉਹ ਹੈਗੇ ਆ ਜੀ net 90, net 60, ਮਤਲਬ ਕਿ ਜਦੋਂ ਤੁਸੀਂ ਉਹਨਾਂ ਨੂੰ ਪ੍ਰੋਡਕਟ ਡਿਲੀਵਰ ਕਰਤਾ, ਉਸ ਤੋਂ 90 ਦਿਨਾਂ ਬਾਅਦ, net 90 ਦਿਨਾਂ ਬਾਅਦ ਤੁਹਾਨੂੰ ਪੇਮੈਂਟ ਮਿਲੇਗੀ। ਜੇ net 60 ਤਾਂ 60 ਡੇਜ਼ ਬਾਅਦ ਤੁਹਾਨੂੰ ਪੇਮੈਂਟ ਮਿਲੇਗੀ। ਸੋ ਤੁਹਾਡੀ ਪੇਮੈਂਟ ਹੈ ਜਿਹੜੀ ਉਹ ਕਿੰਨੀ ਦੇਰ ਤੱਕ ਫਸੀ ਰਹੀ। ਇੰਡੀਆ ਤੋਂ ਜੇ ਆਪਾਂ ਇੰਪੋਰਟ ਕਰੀਏ, ਜਾਂ ਟਾਈਨਜਨ ਚਾਈਨਾ ਤੋਂ ਜੇ ਆਪਾਂ ਇੰਪੋਰਟ ਕਰੀਏ, ਤਾਂ ਤੁਹਾਡਾ 45 ਡੇਜ਼ ਦਾ ਰਫਲੀ, ਡਿਪੈਂਡ ਕਰਦਾ ਕਿਹੜੀ ਸ਼ਿਪਿੰਗ ਲਾਈਨ ਹੈ ਨਾ। ਸੋ ਅਲੱਗ-ਅਲੱਗ ਸ਼ਿਪਿੰਗ ਲਾਈਨਸ ਅਲੱਗ-ਅਲੱਗ ਥੋੜਾ ਉਹਨਾਂ ਦਾ ਜਿਹੜਾ ਟ੍ਰਾਂਜ਼ਿਟ ਟਾਈਮ ਦਾ ਫਰਕ ਹੁੰਦਾ। ਸੋ ਇਹਦੇ ਵਿੱਚ ਇਹ ਹੋਇਆ ਕਿ 40 ਤੋਂ ਲੈ ਕੇ 47, 48 ਡੇਜ਼ ਦਾ ਟ੍ਰਾਂਜ਼ਿਟ ਟਾਈਮ ਹੈ ਜੀ। ਜੇ MSC ਤੋਂ ਲੈਣੇ ਥੋੜਾ ਜਿਹਾ ਘੱਟ ਹੈ, MSC, ਹੈਪੈਕ, ਲੋਇਡ ਹੈਂਜਨ, ਮਰਸਕ, ਬਹੁਤ ਸਾਰੀਆਂ ਸ਼ਿਪਿੰਗ ਲਾਈਨਸ ਹੈ, ਤੇ ਉਹ ਇੰਨੇ ਦਿਨ ਪਲੱਸ ਉਸ ਤੋਂ ਔਨ ਟਾਪ ਆਫ ਦੈਟ 45 ਡੇਜ਼ ਜਾਂ 48 ਡੇਜ਼, 60 ਦਿਨ ਹੋਰ ਜਾਂ 90 ਦਿਨ ਹੋਰ। ਸੋ ਇੰਨੀ ਦੇਰ, ਇਹ ਐਕਚੁਅਲੀ ਆਮ ਅਗੇਂਸਟ ਦਿਸ। ਆਈ ਹੇਟ ਸਿਟਿੰਗ ਔਨ ਇਨਵੈਂਟਰੀ। ਮੈਂ ਹਮੇਸ਼ਾ ਲੋਕਾਂ ਨੂੰ ਵੀ ਐਡਵਾਈਸ ਕਰਦਾ ਬਈ ਤੁਸੀਂ ਇਨਵੈਂਟਰੀ ਜਿਹੜੀ ਹੈ ਨਾ ਉਹਨੂੰ ਤੁਸੀਂ ਮੈਨੇਜ ਕਰਦੇ ਹੋ, ਖਾਸ ਕਰਕੇ ਜੇ ਤੁਸੀਂ ਰੀਟੇਲ 'ਚ ਜਾਣਾ ਚਾਹੁੰਦੇ ਹੋ। ਰੀਟੇਲ ਇਜ਼ ਅ ਨਾਈਟਮੇਅਰ। ਤੁਸੀਂ ਰੀਟੇਲ ਦੇ ਵਿੱਚ ਬਿਲਕੁਲ ਹੋਲਸੇਲ ਕਰੋ, ਤੇ ਸ਼ੁਰੂਆਤ ਦੇ ਤੌਰ ਤੇ ਤੁਸੀਂ ਸ਼ਿਪਰ ਬਣੋ, ਐਕਸਪੋਰਟਰ ਬਣੋ, ਨਾ ਕਿ ਤੁਸੀਂ ਇੰਪੋਰਟ ਕਰੋ, ਨਾ ਕਿ ਤੁਸੀਂ ਇੰਪੋਰਟਰ ਬਣੋ। ਹਾਲਾਂਕਿ ਇੰਪੋਰਟਿੰਗ ਈਜ਼ੀ ਹੈ, ਤਾਂ ਹੀ ਸਾਰੇ ਲੋਕ ਇੰਪੋਰਟ ਕਰਦੇ ਜੀ। ਤੇ
ਅੱਛਾ ਇਹ ਵੀ ਗੱਲ ਹੈ, ਹੁਣ ਲੋਕੀ ਸਮਝਣਗੇ ਕਿ ਯਾਰ ਪ੍ਰੋਡਕਟ ਅਸੀਂ ਲੈਣਾ ਹੈ ਚਾਈਨਾ ਤੋਂ ਜਾਂ ਪ੍ਰੋਡਕਟ ਅਸੀਂ ਲੈਣਾ ਹੈ ਥਾਈਲੈਂਡ ਤੋਂ, ਤੇ ਸੈੱਲ ਅਸੀਂ ਕਰਨਾ ਹੈ ਕੈਨੇਡਾ ਦੇ ਵਿੱਚ, ਤੇ ਅਸੀਂ ਐਕਸਪੋਰਟ ਕਿੱਦਾਂ ਕਰੀਏ? ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ, ਇਹ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਕੈਨੇਡਾ ਦੇ ਵਿੱਚ ਵੇਚ ਰਹੇ ਹੋ, ਆਪਣੀ ਕੰਟਰੀ ਤੇ ਵੇਚ ਰਹੇ ਹੋ, ਬਾਹਰਲੀ ਕੰਟਰੀ ਤੋਂ ਖਰੀਦ ਕੇ ਤੇ ਇੰਪੋਰਟਿੰਗ ਹੀ ਹੋਏਗੀ। ਇਹ ਐਕਸਪੋਰਟਿੰਗ ਵੀ ਹੋ ਸਕਦੀ ਹੈ। ਤੁਸੀਂ ਸ਼ਿਪਰ ਔਨ ਰੈਕਰਡ, ਮੈਂ ਥੋੜਾ ਟੈਕਨੀਕਲ ਵਰਡ ਯੂਜ਼ ਕਰ ਰਿਹਾ, ਸ਼ਿਪਰ ਔਨ ਰੈਕਰਡ ਵੀ ਹੋ ਸਕਦੇ ਹੋ, ਐਕਸਪੋਰਟਰ ਔਨ ਰੈਕਰਡ ਵੀ ਹੋ ਸਕਦੇ ਹੋ। ਤੇ ਉਹਦੇ ਨਾਲ ਦੋ ਬੈਨੀਫਿਟ ਹੋਣਗੇ, ਇੱਕ ਤਾਂ ਤੁਹਾਨੂੰ ਕੋਈ ਇਨਵੈਂਟਰੀ ਮੈਨੇਜ ਨਹੀਂ ਕਰਨੀ ਪਈ, ਇੱਕ ਤੁਹਾਡੀ ਪੇਮੈਂਟ ਟਰਮ ਐਡਵਾਂਸ ਮਿਲ ਗਈ, ਤੁਹਾਨੂੰ ਇਹਦੇ 'ਚ ਰਿਸਕ ਜਿਹੜਾ ਹੈ ਬਹੁਤ ਜ਼ਿਆਦਾ ਘਟ ਗਿਆ। ਜੀ ਸੋ ਹੁਣ ਆਪਾਂ ਤਿੰਨ ਚੀਜ਼ਾਂ ਨੂੰ ਗੱਲ ਆਪਾਂ ਡਿਸਕਸ ਕਰ ਲਾ। ਇੱਕ ਤਾਂ ਐਕਸਪੋਰਟ ਇੰਪੋਰਟ ਦਾ ਮੈਂ ਤੁਹਾਨੂੰ ਡਿਫਰੈਂਸ ਦੱਸਦਾ, ਇੱਕ ਆਪਾਂ ਟ੍ਰੇਡਿੰਗ ਤੇ ਬ੍ਰੋਕਰਿੰਗ ਦਾ ਦੱਸਦਾ। ਸੋ $0 ਇਨਵੈਸਟਮੈਂਟ ਤੋਂ ਲੈ ਕੇ ਤੇ ਕਾਫੀ ਜ਼ਿਆਦਾ ਇਨਵੈਸਟਮੈਂਟ ਇਹਦੇ ਵਾਸਤੇ ਚਾਹੀਦੀ ਹੋ ਸਕਦੀ ਹੈ। ਜੀ ਅੱਛਾ, ਇਹਦੇ ਬਿਜ਼ਨਸ ਦੀਆਂ ਹੋਰ ਟਰਮ ਆਪਾਂ ਜਿਹੜੀਆਂ ਵਾ ਪ੍ਰਭ ਸਿਮਰ ਜੀ ਅਗਲੇ ਪ੍ਰੋਗਰਾਮ ਵਿੱਚ ਜਿਹੜਾ ਉਹ ਡਿਸਕਸ ਕਰਾਂਗੇ। ਪਰ ਇੱਥੇ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਕਿਉਂਕਿ ਤੁਸੀਂ ਜਿਹੜਾ ਵਾ ਉਹ ਤੁਹਾਡੇ ਕੋਲ ਸਟੂਡੈਂਟਸ ਆਉਂਦੇ ਨੇ, ਨਵੇਂ ਵੀ ਆਉਂਦੇ ਨੇ, ਉਹ ਵੀ ਆਉਂਦੇ ਨੇ ਜਿਨ੍ਹਾਂ ਨੇ ਇਹਦੀ ਪੜ੍ਹਾਈ ਕੀਤੀ ਹੁੰਦੀ ਆ। ਸੋ ਕਿੰਨੇ ਕੁ ਟਾਈਮ ਵਿੱਚ ਇਹ ਜਿਹੜਾ ਤੁਸੀਂ ਇੱਕ ਨੂੰ ਜਿਹੜਾ ਸਿਖਾ ਦਿੰਦੇ ਹੋ ਕਿ ਆਹ ਟਰਮਾਂ ਨੇ, ਆਹ ਲਿਸਟਾਂ ਨੇ, ਆਹ ਜਿਹੜੇ ਆ ਇਹਦੇ ਰੂਲ ਨੇ, ਸੋ ਕਿੰਨਾ ਕੁ ਸਮਾਂ ਲੱਗਦਾ ਤਿਆਰ ਹੋਣ ਨੂੰ? ਦੇਖੋ ਜੀ, ਇਹ ਜਿਹੜਾ ਅਸੀਂ ਪ੍ਰੋਗਰਾਮ ਰਨ ਕਰਦੇ ਹਾਂ ਨਾ, ਮਤਲਬ ਸਾਡਾ ਇੱਕ ਪ੍ਰੋਗਰਾਮ ਹੈ ਜਿਹੜਾ ਟ੍ਰੇਨਿੰਗ ਪ੍ਰੋਗਰਾਮ, ਅਸੀਂ ਐਕਚੁਅਲੀ ਜਿਹੜਾ ਉਹ ਟ੍ਰੇਨਿੰਗ ਪ੍ਰੋਗਰਾਮ ਹੈ, ਦੈਟਸ ਦ ਓਨਲੀ ਪ੍ਰੋਗਰਾਮ ਇਨ ਨਾਰਥ ਅਮਰੀਕਾ ਜਿਹੜਾ ਕਿ ਇੱਕ ਇੰਪੋਰਟ ਐਕਸਪੋਰਟ ਬੇਸਡ ਕੰਪਨੀ ਹੈ, ਜਿਹੜੀ ਇੰਪੋਰਟ ਐਕਸਪੋਰਟ ਕੰਸਲਟੈਂਟ ਉਹਦੇ ਦੁਆਰਾ ਦਿੱਤਾ ਜਾਂਦਾ ਹੈ। ਵੀ ਆਰ ਨਾਟ ਅ ਟ੍ਰੇਨਿੰਗ ਇੰਸਟੀਟਿਊਟ, ਅਸੀਂ ਕੋਈ ਟ੍ਰੇਨਿੰਗ ਇੰਸਟੀਟਿਊਟ ਨਹੀਂ ਹੈਗੇ, ਹੈ ਨਾ। ਸੋ ਇਹ ਜਿਹੜਾ ਪ੍ਰੋਗਰਾਮ ਹੈ ਉਹਨੂੰ ਅਸੀਂ ਦੋ ਹਿੱਸਿਆਂ 'ਚ ਡਿਵਾਈਡ ਕਰਦੇ ਹਾਂ। ਇੱਕ ਤਾਂ ਹੁੰਦੀ ਹੈ ਟ੍ਰੇਨਿੰਗ ਤੇ ਇੱਕ ਹੁੰਦੀ ਹੈ ਕੰਸਲਟਿੰਗ। ਸੋ ਟ੍ਰੇਨਿੰਗ ਆ ਗਈ ਕਿ ਉਹਦੇ ਵਿੱਚ ਹੁੰਦਾ ਕਿ ਤੁਸੀਂ ਐਕਸਪੋਰਟਸ, ਇੰਪੋਰਟਸ, ਟ੍ਰੇਡਿੰਗ, ਬ੍ਰੋਕਰਿੰਗ, ਸ਼ਿਪਿੰਗ ਤੇ ਉਹਦੀਆਂ ਜਿਹੜੀਆਂ ਟਰਮੀਨੋਲੋਜੀ ਹੁੰਦੀ ਹੈ, ਇਨਕੋ ਟਰਮਸ ਹੁੰਦੀ ਹੈ, ਡਾਕੂਮੈਂਟੇਸ਼ਨ ਹੁੰਦੀ ਹੈ, ਤਕਰੀਬਨ 20-21 ਡਿਫਰੈਂਟ ਕਾਈਂਡ ਆਫ ਡਾਕੂਮੈਂਟਸ ਜਿਹੜੇ ਆ ਉਹ ਹੋ ਸਕਦੇ ਆ ਪੋਸੀਬਲ ਇੱਕ ਸ਼ਿਪਮੈਂਟ ਦੇ ਨਾਲ, ਹੈ ਨਾ। ਕੁਝ ਡਾਕੂਮੈਂਟ ਹੈ ਜਿਹੜੇ ਉਹ, ਹੁਣ ਇਹ ਸਾਰਾ ਕੁਝ ਨਾ ਇੰਟਰ ਰਿਲੇਟਡ ਹੈ। ਦੇਖੋ ਇਨਕੋ ਟਰਮਸ ਦੇ ਨਾਲ ਰਿਲੇਟਡ ਹੈ। ਜੇ ਤੁਸੀਂ ਆਪ ਕੈਨੇਡਾ ਵਿੱਚ ਹੀ ਸੈਲ ਕਰ ਦਿੰਦੇ ਹੋ, ਕੈਨੇਡਾ ਤੋਂ ਵੇਅਰ ਹਾਊਸ ਤੋਂ ਖਰੀਦ ਕੇ ਕਿਸੇ ਕੰਪਨੀ ਨੂੰ ਸੈਲ ਕੀਤਾ, ਉਹਨਾਂ ਨੇ ਤੁਹਾਡੇ ਕੋਲ ਪੋਰਟ ਤੇ ਮਾਲ ਲੈ ਲਿਆ। ਮੈਂ ਤੁਹਾਨੂੰ ਬਹੁਤ ਥੋੜਾ ਜਿਹਾ ਲੇਮਨ ਲੈਂਗੁਏਜ ਐਕਸਪਲੇਨ ਕਰਨ ਦੀ ਗੱਲ ਕਰ ਰਿਹਾ ਨਾ। ਸੋ ਜੇ ਤੁਸੀਂ ਉਹਨਾਂ ਨੇ ਪੋਰਟ ਤੋਂ ਲੈ ਲਿਆ, ਸੋ ਤੁਸੀਂ ਐਕਚੁਅਲੀ ਐਕਸਪੋਰਟ ਨਹੀਂ ਕੀਤਾ। ਸੋ ਤੁਸੀਂ ਨਾ ਇੰਪੋਰਟ ਕੀਤਾ ਨਾ ਐਕਸਪੋਰਟ ਕੀਤਾ, ਪਰ ਲੇਕਿਨ ਜਿਹੜਾ ਸਿਨੈਰੀਓ ਹੈ ਉਹ ਐਕਸਪੋਰਟ ਸਿਨੈਰੀਓ ਹੈ। ਮਤਲਬ ਪ੍ਰੋਡਕਟ ਦਾ ਐਕਸਪੋਰਟ ਹੋ ਰਿਹਾ, ਕਮੋਡਿਟੀ ਦਾ ਐਕਸਪੋਰਟ ਹੋ ਰਹੀ ਹੈ, ਲੇਕਿਨ ਤੁਸੀਂ ਨਹੀਂ ਕੀਤੀ, ਕਿਸੇ ਹੋਰ ਨੇ ਕੀਤੀ, ਹੈ ਨਾ। ਸੋ ਇਹ ਬਹੁਤ ਸਾਰੇ ਇਹ ਵਾਲਾ ਸਿਨੈਰੀਓ, ਜਾਂ ਫਿਰ ਤੁਸੀਂ ਕਿ ਜਿਵੇਂ ਪੂਰੀ ਅਗਲੀ ਕੰਟਰੀ ਤੱਕ ਵੀ ਇੰਪੋਰਟ ਕਰਕੇ ਦਿਓ, ਇਹ ਬਿਲਕੁਲ ਲਾਸਟ ਸਿਨੈਰੀਓ ਹੈ। ਸੋ ਇਹਨੂੰ ਆਪਾਂ DDP ਕਹਿੰਦੇ, ਡਿਲੀਵਰੀ ਡਿਊਟੀ ਪੇਡ। ਸੋ ਇਹ ਸਾਰਾ ਕੁਝ ਕਰਨ ਲਈ ਤਕਰੀਬਨ ਜਿਹੜਾ ਉਹ 1 ਮਹੀਨਾ ਦਾ ਸਮਾਂ ਜਿਹੜਾ ਹੈ ਅਸੀਂ ਲੈਂਦੇ ਹਾਂ, 1 ਮੰਥ। ਉਹਦੇ ਵਿੱਚ ਕੀ ਹੁੰਦਾ ਕਿ ਸੈਟਰਡੇ ਸੰਡੇ ਨੂੰ ਕਲਾਸਿਸ ਹੁੰਦੀਆਂ, ਟ੍ਰੇਨਿੰਗ ਜਿਹੜੀ ਹੁੰਦੀ ਹੈ ਉਹ ਆਨਲਾਈਨ, ਅਸੀਂ ਖਾਸ ਕਰਕੇ ਕੋਵਿਡ ਤੋਂ ਬਾਅਦ ਅਸੀਂ ਆਨਲਾਈਨ ਕੀਤਾ ਹੋਇਆ। ਸੋ ਇਹਦੇ ਵਿੱਚ ਮੈਂ ਹੁਣ ਅਸੀਂ US ਦੀ ਕੰਪਲਾਇੰਸ, US ਦਾ ਐਕਸਪੋਰਟ ਇੰਪੋਰਟ ਕੰਪਨੀ ਕਿੱਦਾਂ ਸੈਟਅਪ ਕਰਨੀ ਹੈ, ਕਿਹੜੇ ਲਾਇਸੈਂਸ, ਕਿਹੜੇ ਪਰਮਿਟ ਚਾਹੀਦੇ ਹੁੰਦੇ ਉਹ ਦੱਸਦੇ ਹਾਂ। ਸੋ ਇਹ ਜਦੋਂ ਟ੍ਰੇਨਿੰਗ ਹੋ ਜਾਂਦੀ ਉਸ ਤੋਂ ਬਾਅਦ ਆ ਜਾਂਦਾ ਸ਼ੁਰੂ ਆਪਣਾ ਕੰਸਲਟਿੰਗ ਦਾ। ਕੰਸਲਟਿੰਗ ਇੱਦਾਂ ਹੁੰਦੀ ਹੈ ਕਿ ਡਿਪੈਂਡ ਕਰਦਾ ਕਿ ਤੁਸੀਂ ਕੀ ਪ੍ਰੋਡਕਟ ਕਰਦੇ ਹੋ, ਐਕਸਪੋਰਟ ਕਰ ਰਹੇ ਹੋ, ਇੰਪੋਰਟ ਕਰ ਰਹੇ ਹੋ, ਉਹ ਸਾਰਾ ਕੁਝ ਅਲੱਗ-ਅਲੱਗ ਹੁੰਦਾ। ਤੁਹਾਨੂੰ ਕਾਫੀ ਹੱਦ ਤੱਕ ਤਾਂ ਆਪੇ ਪਤਾ ਲੱਗ ਜਾਂਦਾ, ਲੇਕਿਨ ਫਿਰ ਵੀ ਤੁਸੀਂ ਜਦੋਂ ਕੋਈ ਡਾਕੂਮੈਂਟ ਸਾਈਨ ਕਰਨੇ, ਤੁਸੀਂ ਕੁਝ ਐਗਰੀਮੈਂਟ ਸਾਈਨ ਕਰਨੇ ਆ, ਤੁਸੀਂ ਕਿਸੇ ਨਾਲ ਕਿਸੇ ਕੰਪਨੀ 'ਚ JV 'ਚ ਜਾਂਦੇ ਹੋ, ਜੁਆਇੰਟ ਵੈਂਚਰ 'ਚ ਜਾਂਦੇ ਹੋ, ਜਾਂ ਪਾਰਟਨਰਸ਼ਿਪ ਕਰਦੇ ਹੋ, ਜਾਂ ਤੁਸੀਂ ਕਿਸੇ ਕੰਪਨੀ ਕੋਲ ਸਿੰਪਲ ਜਿਹਾ ਇੱਕ ਸੇਲ ਪਰਚੇਜ਼ ਐਗਰੀਮੈਂਟ ਲੈਂਦੇ ਹੋ। ਸੋ ਉਹਦੇ ਜਿਹੜੇ ਅਸੀਂ ਸਾਰੇ ਓਵਰਵਿਊ ਕਰਦੇ ਹਾਂ। ਮਤਲਬ ਕਹਿਣ ਦਾ ਮਤਲਬ ਇਹ ਹੋ ਗਿਆ ਵੀ ਇਹ ਕੰਸਲਟਿੰਗ ਦੇ ਵਿੱਚ ਹੀ ਆ ਜਾਂਦਾ ਨਾ। ਜੀ ਜੀ ਬਿਲਕੁਲ। ਔਰ ਮੈਨੂੰ ਲੱਗਦਾ ਕਿ ਬਹੁਤ ਘੱਟ ਜਿਹੜੀਆਂ ਇਸ ਵਕਤ ਬੇਸਿਕ ਵੀ ਅੱਜ ਪਹਿਲੇ ਰਾਊਂਡ 'ਚ ਕਲੀਅਰ ਨਹੀਂ ਹੋਇਆ। ਸੋ ਇੱਕ ਛੋਟੇ ਅਸੀਂ ਪਾਰਟਸ ਵਿੱਚ ਇਸ ਪੂਰੇ ਜਿਹੜਾ ਇਹਦਾ ਅਸੀਂ ਅੱਜ ਕਰ ਰਹੇ ਹਾਂ ਇਹਨੂੰ ਵੰਡਾਂਗੇ, ਔਰ ਅੱਗੇ ਤੋਂ ਹੋਰ ਵੀ ਜਿਹੜੀਆਂ ਅਸੀਂ ਪੇਸ਼ਕਸ਼ ਲੈ ਕੇ ਆਵਾਂਗੇ, ਪ੍ਰੋਗਰਾਮ ਲੈ ਕੇ ਆਵਾਂਗੇ। ਇਸ ਸੰਬੰਧ ਦੇ ਵਿੱਚ ਅਸੀਂ ਇਹ ਵੀ ਜ਼ਿਕਰ ਕਰਾਂਗੇ ਕਿ ਕਿਸ ਤਰੀਕੇ ਨਾਲ ਤੁਸੀਂ ਕਿਹੜੇ ਪ੍ਰੋਡਕਟਸ ਹੈ ਜਿਹੜੇ ਉਹ ਲਿਆ ਸਕਦੇ ਹੋ, ਲਿਜਾ ਸਕਦੇ ਹੋ, ਹੋਰ ਕੀ ਸੰਭਾਵਨਾਵਾਂ ਨੇ, ਉਹਨਾਂ ਸਾਰਿਆਂ ਉੱਤੇ ਜ਼ਿਕਰ ਕਰਾਂਗੇ। ਫਿਲਹਾਲ ਪ੍ਰਭ ਸਿਮਰ ਜੀ, ਅੱਜ ਦੇ ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਸਮਾਪਤ ਹੈ ਜੀ। ਸੋ ਬਹੁਤ ਧੰਨਵਾਦ ਜੁੜਨ ਲਈ ਤੇ ਜਾਣਕਾਰੀ ਦੇਣ ਲਈ। ਧੰਨਵਾਦ ਜੀ। ਜੀ ਸੋ ਇਹ ਸੀ ਇਸ ਲੜੀ ਦਾ ਅੱਜ ਸਾਡਾ ਪਹਿਲਾ ਪ੍ਰੋਗਰਾਮ, ਔਰ ਉਮੀਦ ਹੈ ਕਿ ਤੁਸੀਂ ਇਸ ਪ੍ਰੋਗਰਾਮ ਤੋਂ ਜਿਹੜਾ ਉਹ ਲਾਭ ਜ਼ਰੂਰ ਉਠਾਓਗੇ, ਔਰ ਇਸ ਤੋਂ ਅੱਗੇ ਵੀ ਅਸੀਂ ਲਗਾਤਾਰ ਇੱਕ ਲੜੀ ਦੇ ਵਿੱਚ ਅਸੀਂ ਪੂਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਖੇਤਰ ਵਿੱਚ ਤੁਸੀਂ ਕਿਸ ਤਰ੍ਹਾਂ ਆ ਸਕਦੇ ਹੋ ਤੇ ਕਿਸ ਤਰੀਕੇ ਨਾਲ ਕਾਮਯਾਬ ਹੋ ਕੇ ਆਪਣੀ ਜ਼ਿੰਦਗੀ ਬਿਹਤਰ ਕਰ ਸਕਦੇ ਹੋ। ਸੋ ਉਮੀਦ ਹੈ ਕਿ ਤੁਸੀਂ ਹੋਰ ਵੀ ਜਿਹੜੇ ਪ੍ਰੋਗਰਾਮ ਹੈ ਇਸ ਸਾਡੀ ਜਿਹੜੀ ਪੇਸ਼ਕਸ਼ ਹੈ ਇਹਨਾਂ ਜੁੜੇ ਹੋ ਜ਼ਰੂਰ ਦੇਖੋਗੇ। ਸੋ ਹੋਰ ਖਬਰਾਂ ਤੇ ਜਾਣਕਾਰੀ ਲਈ ਤੁਸੀਂ ਦੇਖਦੇ ਰਹੋ TV ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।